ਨਵੇਂ ਨਿਯਮ ਦੀ ਅੰਜੀਲਾਂ ਵਿੱਚੋਂ ਪੁਸਤਕ ਯਹੋਨਾ ਦੀ ਅੰਜੀਲ ਉਹਦੀ ਇੱਕ ਹਾਂਜੀ ਉਹਦੀ ਇੱਕ ਦੀ 39 ਤੋਂ ਲੈ ਕੇ हाँ 50 तक करूँ। हालेलुया। नथानियल ने उसਨੂੰ उत्तर ਦਿੱਤਾ, स्वामी जी ਤੁਸੀਂ ਪਰਮੇਸ਼ਰ ਦੇ ਪੁੱਤਰ ਹੋ, ਤੁਸੀਂ ਇਜ਼ਰਾਈਲ ਦੇ ਬਾਦਸ਼ਾਹ ਹੋ। ਯਿਸੂ ਨੇ ਉਹਨੂੰ ਉੱਤਰ ਦਿੱਤਾ, ਕੀ ਤੂੰ ਇਸ ਲਈ ਨਿਚਾ ਕਰਦਾ ਹੈ ਜੋ ਮੈਂ ਤੈਨੂੰ ਕਿਹਾ ਕਿ ਹਜੀਰ ਦੇ ਵ੍ਰਿਕਸ਼ ਮੈਂ ਤੈਨੂੰ ਵੇਖਿਆ। 39 ਤੋਂ ਲੈ ਕੇ 50 ਤੱਕ ਉਸਨੇ ਉਹਨਾਂ ਨੂੰ ਆਖਿਆ, आओ तो वेखोगे। उसने आख्या आओ तो वेखोगे। सो वो अगे घर जिथे वो रहिंदा सी वेख्या अते उस दिन ओहदे संग रहे। उस वेले सवा पैर दिन गया सी। उन्हां दोहां विचों जिन्हां ने यूहन्ना दी गल सुनी अते यीशु दे मगर हो तुरे एक शमौन पतरस दा भरा अंद्रयास सी। उसने अपने सगे भरा शमौन ਨੂੰ ਪਹਿਲਾਂ ਲੱਭ ਕੇ ਉਹਨੂੰ ਕਿਹਾ ਕਿ ਇਸ ਮਸੀਹ ਨੂੰ ਅਰਥਾਤ ਕ੍ਰਿਸਟ ਨੂੰ ਲੱਭ ਲਿਆ ਹੈ। ਉਹ ਉਸ ਨੂੰ ਯਿਸੂ ਕੋਲ ਲਿਆਇਆ ਅਤੇ ਉਸਨੇ ਉਸ ਉੱਤੇ ਦ੍ਰਿਸ਼ਟ ਕਰਕੇ ਕਿਹਾ, ਜੋ ਤੂੰ यूहन्ना ਦਾ ਪੁੱਤਰ ਸ਼ਮੌਨ ਹੈ, ਤੂੰ ਕਿਫਾਸ ਅਰਥਾਤ ਪਤਰਸ ਸਦਾਵੇਗਾ। ਅਗਲੇ ਪਲ ਯਿਸੂ ਨੇ ਚਾਹਿਆ ਜੋ ਉੱਥੇ ਨਿਕਲ ਕੇ ਗਲੀਲ ਵਿੱਚ ਜਾਵੇ ਤਾਂ ਫਿਲਿਪੁਸ ਨੂੰ ਲੱਭ ਕੇ ਉਹਨੂੰ ਆਖਿਆ, ਭਾਈ ਮੇਰੇ ਪਿੱਛੇ ਹੋ ਤੁਰ। ਅਤੇ ਫਿਲਿਪੁਸ ਬੈਤਸੈਦਾ ਦਾ ਸੀ ਜੋ ਅੰਦਰਿਆਸ ਔਰ ਪਤਰਸ ਦਾ ਨਗਰ ਹੈ। ਫਿਲਿਪੁਸ ਨੇ ਨਥਾਨੀਅਲ ਨੂੰ ਲੱਭ ਕੇ ਉਹਨੂੰ ਆਖਿਆ ਕਿ ਜਿਹਦੇ ਵਿਖੇ ਮੂਸਾ ਨੇ ਤੁਰੇਤ ਵਿੱਚ ਨਬੀਆਂ ਨੇ ਲਿਖਿਆ ਸੋ ਅਸਾਂ ਉਹਨੂੰ ਲੱਭ ਪਿਆ ਹੈ। ਉਹ ਯੂਸਫ ਦਾ ਪੁੱਤਰ ਯਿਸੂ ਨਾਸਰਤ ਦਾ ਹੈ। ਤਾਂ ਨਥਾਨੀਅਲ ਨੇ ਉਸ ਨੂੰ ਆਖਿਆ, ਪਰ ਨਾਸਰਤ ਵਿੱਚੋਂ ਕੋਈ ਉੱਤਮ ਵਸਤੂ ਨਿਕਲ ਸਕਦੀ ਹੈ? ਫਿਲਿਪੁਸ ਨੇ ਉਹਨੂੰ ਆਖਿਆ, ਆ ਤਾਂ ਵੇਖ। ਯਿਸੂ ਨੇ ਨਥਾਨੀਅਲ ਨੂੰ ਆਪਣੇ ਵੱਲੋਂ ਦਾ ਵੇਖ ਕੇ ਉਹਦੇ ਵਿਖੇ ਆਖਿਆ, ਵੇਖੋ ਸੱਚਾ ਇਜ਼ਰਾਈਲੀ ਜਿਹਦੇ ਵਿੱਚ ਛਲ ਨਹੀਂ ਹੈ। ਨਥਾਨੀਅਲ ਨੇ ਉਸ ਨੂੰ ਆਖਿਆ, ਤੁਸੀਂ ਮੈਨੂੰ ਕਿੱਥੋਂ ਜਾਣਦੇ ਹੋ? ਯਿਸੂ ਨੇ ਉਹਨੂੰ ਉੱਤਰ ਦਿੱਤਾ, ਭਾਈ ਉਸ ਤੋਂ ਪਹਿਲਾਂ ਜੋ ਫਿਲਿਪੁਸ ਨੇ ਤੈਨੂੰ ਸੱਦਿਆ ਜਾਂ ਤੂੰ ਖੰਜੀਰ ਦੇ ਵ੍ਰਿਕਸ਼ ਹੇਠ ਸੈਂ, ਮੈਂ ਤੈਨੂੰ ਡਿਠਾ। ਨਥਾਨੀਅਲ ਨੇ ਉਸ ਨੂੰ ਉੱਤਰ ਦਿੱਤਾ, स्वामी ਜੀ ਤੁਸੀਂ ਪਰਮੇਸ਼ਰ ਦੇ ਪੁੱਤਰ ਹੋ, ਤੁਸੀਂ ਇਜ਼ਰਾਈਲ ਦੇ ਬਾਦਸ਼ਾਹ ਹੋ। ਯਿਸੂ ਨੇ ਉਹਨੂੰ ਉੱਤਰ ਦਿੱਤਾ, ਕੀ ਤੂੰ ਇਸ ਲਈ ਨਿਚਾ ਕਰਦਾ ਹੈ ਜੋ ਮੈਂ ਤੈਨੂੰ ਕਿਹਾ ਕਿ ਹਜੀਰ ਦੇ ਵ੍ਰਿਕਸ਼ ਮੈਂ ਤੈਨੂੰ ਵੇਖਿਆ। ਆਮੇਨ। ਬਹੁਤ ਬਹੁਤ ਧੰਨਵਾਦ। ਇੱਕ ਹੋਰ ਐਤ ਪੜ੍ਹਦੇ ਹਾਂ, ਪ੍ਰਕਾਸ਼ ਦੀ ਪੋਥੀ ਉਹਦੀ 7 ਉਹਦੀ 13 14 15 ਹਾਂਜੀ। ਉਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਅੱਗੋਂ ਮੈਨੂੰ ਇਹ ਕਹਿ ਕੇ ਪੁੱਛਿਆ, ਭਾਈ ਇਹ ਜਿਨ੍ਹਾਂ ਚਿੱਟੇ ਵਸਤਰ ਪਹਿਨੇ ਹਨ ਕੌਣ ਹਨ ਅਤੇ ਕਿੱਥੋਂ ਆਏ? ਫਿਰ ਮੈਂ ਉਹਨਾਂ ਨੂੰ ਆਖਿਆ, ਇਹ ਮੇਰੇ ਪ੍ਰਭੂ ਜੀ ਤੁਸੀਂ ਜਾਣੋ। ਤਾਂ ਉਹ ਮੈਨੂੰ ਆਖਿਆ, ਇਹ ਉਹ ਹਨ ਜਿਹੜੇ ਵੱਡੀ ਵਿਪਤਾ ਵਿੱਚੋਂ ਆਉਂਦੇ ਹਨ ਅਤੇ ਉਹਨਾਂ ਆਪਣੇ ਵਸਤਰ ਲੇਵੇ ਦੇ ਲਹੂ ਨਾਲ ਧੋਤੇ ਅਤੇ ਉਹਨਾਂ ਨੂੰ ਚਿੱਟਾ ਕੀਤਾ। 15 ਇਸ ਕਰਕੇ ਉਹ ਪਰਮੇਸ਼ਰ ਦੇ
ਇਸ ਸਿਖਾਸਨ ਕਰਕੇ ਤੇ। ਉਹ ਪਰਮੇਸ਼ਰ ਦੇ ਸਿਖਾਸਨ ਦੇ ਮੋਹਰੇ ਹਨ ਅਤੇ ਉਹਦੀ ਹੈਕਲ ਵਿੱਚ ਰਾਤ ਦਿਨ ਉਹਦੀ ਉਪਾਸਨਾ ਕਰਦੇ ਹਨ ਅਤੇ ਉਹ ਜਿਹੜਾ ਸਿਖਾਸਨ ਉੱਤੇ ਵਿਰਾਜਮਾਨ ਹੈ ਆਪਣਾ ਡੇਰਾ ਉਹਨਾਂ ਦੇ ਉੱਤੇ ਤਾਣੇਗਾ। ਸਭ ਨੇ ਅੱਖਾਂ ਬੰਦ ਕਰਾਂਗੇ। ਸਾਡੇ ਪਿਤਾ ਸੱਚੇ ਪ੍ਰਭੂ, ਤੇਰਾ ਡੇਰਾ ਹਮੇਸ਼ਾ ਸਾਡੇ ਉੱਤੇ ਤਾਣਿਆ ਰਵੇ ਔਰ ਕਿਰਪਾ ਨਿਦਾਨ ਸਭ ਦੇ ਉੱਤੇ ਤੇਰੀ ਕਿਰਪਾ ਹੋਵੇ। ਅੱਜ ਖੁਦਾਵੰਦ ਤੇਰੀ ਹਜ਼ੂਰੀ 'ਚ ਭਾਈ ਭੈਣ ਤੇਰੀ ਇਸ ਹੈਕਲ ਦੇ ਵਿੱਚ ਆਏ ਹਨ ਜਿੱਥੇ ਤੇਰਾ ਨਾਮ ਸਤਾਉਂਦਾ ਹੈ ਪ੍ਰਭੂ। ਔਰ ਖੁਦਾਵੰਦ ਸੁਲੇਮਾਨ ਦੀ ਉਹ ਲਿਖਤ ਜੋ ਖੁਦਾਵੰਦ ਤੂੰ ਉਹਦੇ ਦੁਆਰਾ ਬੋਲੀ ਸੀ, ਜਿਹੜਾ ਉਸ ਵੱਲ ਧਿਆਨ ਕਰਕੇ ਪ੍ਰਾਰਥਨਾ ਕਰੇਗਾ ਮੈਂ ਉਹਦੀ ਆਵਾਜ਼ ਨੂੰ ਸੁਣਾਂਗਾ ਔਰ ਉਹਦੇ ਦੁੱਖਾਂ ਨੂੰ ਸੰਕਟਾਂ ਨੂੰ ਦੂਰ ਕਰਾਂਗਾ। ਪ੍ਰਭੂ, ਇਹ ਤੇਰੀ ਹੈਕਲ ਹੈ, ਕਿਸੇ ਮਨੁੱਖ ਦੀ ਹੈਕਲ ਨਹੀਂ ਹੈ, ਕਿਸੇ ਸਰੀਰ ਦੀ ਹੈਕਲ ਨਹੀਂ ਹੈ। ਪ੍ਰਭੂ, ਇਸ ਹੈਕਲਾਂ ਵਿੱਚ ਤੂੰ ਵਾਸ ਕਰਦਾ ਹੈ। ਧੰਨਵਾਦ ਕਰਦੇ ਹਾਂ ਪ੍ਰਭੂ, ਤੂੰ ਕਿਰਪਾ ਕਰ ਪ੍ਰਭੂ ਸਰੀਰ ਦੀ ਹੈਕਲਾਂ 'ਚ ਵੀ ਔਰ ਇਹਨਾਂ ਦੀ ਇੱਟਾਂ ਦੇ ਹੈਕਲ 'ਚ ਵੀ, ਕਿਉਂਕਿ ਖੁਦਾਵੰਦ ਤੂੰ ਇੱਕ ਸਥਾਨ ਠਹਿਰਾਇਆ ਹੈ ਜਿੱਥੇ ਖੁਦਾਵੰਦ ਤੇਰੇ ਲੋਕ ਜੋ ਮਸੀਹ ਕਹਾਉਂਦੇ ਹਨ ਉਹ ਆ ਕੇ ਸਭ ਭਾਈ ਭੈਣ ਉਪਾਸਨਾ ਕਰ ਸਕਣ ਔਰ ਹਰ ਇੱਕ ਇਨਸਾਨ ਜੋ ਮਸੀਹ ਹੈ ਜਿਹਨੂੰ ਤੂੰ ਆਪਣਾ ਨਾਮ ਦਿੱਤਾ ਹੈ ਉਹ ਆ ਕੇ ਪ੍ਰਭੂ ਤੇਰੇ ਅੱਗੇ ਆਪਣੀ ਭੇਟ ਚੜਾਵੇ। ਔਰ ਖੁਦਾਵੰਦ ਜਦੋਂ ਆਪਣੇ ਹਿਰਦੇ ਤੋਂ ਭੇਟ ਚੜਾਵੇ, ਸੱਚੇ ਪਿਤਾ ਉਹੀ ਅੱਗ ਜਦੋਂ ਏਲੀਆ ਬੁਲਾਦਾ ਸੀ ਖੁਦਾਵੰਦ ਉਤਰਦੀ ਸੀ, ਖੁਦਾਵੰਦ ਉਹ ਅੱਗ ਉਤਰੇ ਔਰ ਉਹਦੀ ਭੇਟ ਨੂੰ ਚੱਟ ਕਰੇ। ਤੂੰ ਕਿਰਪਾ ਕਰ ਜੋ ਵੀ ਬੇਨਤੀਆਂ ਤੇਰੀ ਹਜ਼ੂਰੀ 'ਚ ਰੱਖੀਆਂ ਜਾਣ ਕਬੂਲ ਕਰਨਾ। ਸਾਡੀ ਬੇਨਤੀ ਸਾਰੀ ਖੁਦਾਵੰਦ ਨਿਸ਼ਕਪਟ ਹੋਵੇ, ਬਿਨਾਂ ਸਵਾਰਥ ਤੋਂ ਬਿਨਾਂ ਲਾਲਚ ਤੋਂ ਹੋਵੇ, ਕਿਉਂਕਿ ਖੁਦਾਵੰਦ ਤੇਰੇ ਵਚਨ 'ਚ ਲਿਖਿਆ ਹੈ ਤੂੰ ਜਾਣਦਾ ਹੈ ਤੇਰੇ ਬੱਚਿਆਂ ਨੂੰ ਕਿਸ ਚੀਜ਼ ਦੀ ਲੋੜ ਹੈ, ਕਿਉਂਕਿ ਤੂੰ ਸਵਰਗੀ ਪਿਤਾ ਹੈ। ਜਿੰਨੇ ਵੀ ਭਾਈ ਭੈਣ ਮੈਂ ਨਹੀਂ ਜਾਣਦਾ ਪਰ ਪ੍ਰਭੂ ਤੂੰ ਸਭ ਜਾਣਦਾ ਹੈ। ਅੱਜ ਖੁਦਾਵੰਦ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਜੋ ਵੀ ਤੇਰੀ ਜਗਵੇਦੀ ਦੇ ਅੱਗੇ ਬੇਨਤੀਆਂ ਕੀਤੀਆਂ ਜਾਣ, ਤੂੰ ਸਭ ਦੀ ਬੇਨਤੀਆਂ ਦੇ ਉੱਤੇ ਨਿਗਾਹ ਰੱਖਣੀ ਔਰ ਹਰ ਇੱਕ ਦੀ ਬੇਨਤੀ ਨੂੰ ਸੁਣਨਾ। ਪ੍ਰਭੂ, ਜੋ ਬਾਂਝ ਹਨ ਯਿਸੂ ਮਸੀਹ ਦੇ ਨਾਮ 'ਚ ਉਹਨਾਂ ਦਾ ਬਾਂਝਪਨ ਖਤਮ ਹੋਵੇ, ਜੋ ਅਧਰੰਗੀ ਹਨ ਯਿਸੂ ਮਸੀਹ ਦੇ ਨਾਮ 'ਚ ਅਧਰੰਗਪੁਣਾ ਖਤਮ ਹੋ ਜਾਵੇ, ਜੋ ਤੇ ਤੋਂ ਦੂਰ ਹਨ ਸਭ ਯਿਸੂ ਮਸੀਹ ਦੇ ਨਾਮ 'ਚ ਨਜ਼ਦੀਕ ਆ ਜਾਣ। ਔਰ ਖੁਦਾਵੰਦ ਜੋ ਪਿਆਸੇ ਹਨ ਉਹ ਤ੍ਰਿਪਤ ਕੀਤੇ ਜਾਣ, ਜੋ ਭੁੱਖੇ ਹਨ ਉਹ ਰਜਾਏ ਜਾਣ, ਜੋ ਮਿਲਾਪ ਚਾਹੁੰਦੇ ਹਨ ਉਹਨਾਂ ਦਾ ਮਿਲਾਪ ਕੀਤ ਕਰਾਇਆ ਜਾਵੇ। ਖੁਦਾਵੰਦ ਇਹ ਤੂੰ ਜਾਣਦਾ ਹੈ, ਕਿਉਂਕਿ ਸਭ ਦੀਆਂ ਅੱਖਾਂ ਤੇਰੇ ਵੱਲ ਲੱਗ ਚੁੱਕੀਆਂ ਹਨ ਔਰ ਤੇਰੀਆਂ ਅੱਖਾਂ ਉਹਨਾਂ ਦੇ ਵਿੱਚ ਲੱਗ ਚੁੱਕੀਆਂ ਹਨ। ਤੁਸੀਂ ਖੁਦਾਵੰਦ ਇੱਕ ਮਹਾਨ ਪਿਤਾ ਹੋ और तुहाडे वर्गा कोई परमेश्वर नहीं है, पिता नहीं है, ना कोई है ना होगा। बंदे खुदावंद तू कृपा कर आज जिदा भी किसी चीज़ की लोड़ है, क्योंकि मैं जानता हाँ सिर्फ स्वर्गी पिता ही पूरी कर सकता है। धरावी पिता शरीरक चीज़ों का दे सकता है, शरीरक चीज़ों का अपना प्रभाव पा सकता है, पर अज लोड़ है शरीर की नहीं प्रभु, तेरी आत्मा दी, तेरे अभिषेक की लोड़ है जो तेरे बच्चों को चाहिए है। प्रभु कृपा कर प्रभु, सानू लोड़ है तेरे प्रभाव की लोड़ है। धन्यवाद करना प्रभु, तू अपने बच्चों को बरकत दी है। धन्यवाद प्रभु, तू बहुत रहम करने वाला परमेश्वर है, तेरे तो कोई नहीं है, क्योंकि कोई दूसरा है ही नहीं जो साडियां जरूरतों
हर साढ़े आंसुओं को पहुँचने वाला हो। तू साढ़े हर चीज़ की रक्षा करता है प्रभु, साढ़े परिवारों की, साढ़े हर चीज़ों की, पंछियों की, हर चीज़ की तू रक्षा करता है। सच है प्रभु, तू सदा साढ़े संग रहता है, क्योंकि तेरे वादे आमिन च हैं प्रभु। तू क्या मैं हूँ सो हूँ प्रभु। सच है प्रभु, तू साढ़े विच विराजमान हो चुका है प्रभु, तू साढ़े कोल आ चुका है प्रभु, और असी सब भी तैयार हो चुके हैं तेरे सुनने के लिए। खुदावंद तू कृपा कर, सानू ऐसी प्यास बना, साढ़े अंदर वो चीज पर खुदावंद असी प्रभु तेरिया गल्लां नूं आल टमोला च ना कराई गईए। तेरिया गल्लां साढ़े हिरदे च एक चट्टान की तरह खुप जान प्रभु। हमेशा तेरे वचन का साढ़े उत्ते प्रभाव हो जाए प्रभु, क्योंकि मैं जानता हाँ प्रभु, जो तेरे वचन का प्रभाव बन जाता है, कोई भी मनुख, शरीरक मनुख तेनू खुदावन, कोई इस आत्मिक मनुख नू प्रभु तेरे तो दूर नहीं कर सकता। इस तरह का प्रभाव दे खुदावन। खुदावन असी जानते हाँ, असी नदान हाँ, बेसमझ हाँ, पर तेरे वर्गा कोई अकलमंद नहीं है, तेरे वर्गा कोई चतुरमंद नहीं है। खुदावन तू कृपा कर, अज लोग खुदावन तू जानन तू जिंदा साडा परमेश्वर है, जो मुर्दियां दे विचों तीसरे दिन जींदा होया है प्रभु। तू कृपा कर, और खुदावन जिंदा दी किसी ने लोड़ होवे उसे तरह जो ना गलबात कर, और प्रभु जिंदा दा आत्मा तेरे तो दूर है, आज यशाया दी तरह उन्होंने आत्मा भी ऊपर उठाया जावे। और खुदावन और सारी सभा चला उठे, पवित्र 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 सरारा यहोवा पवित्र है। धन्यवाद करता प्रभु, तू कृपा कर बस प्रभु, सब दी जुबान सब दे हिरदियां तेरा पवित्रताई का नाम होवे, क्योंकि प्रभु सिर्फ सेना का यहोवा ही पवित्र है। धन्यवाद कर अपने इस बंदे को जो किसी काम का नहीं है प्रभु, पापा का भरिया होया खुदावन, उन्हें फड़ना है और गलबात करती है। सब चीज़ा तू खोल, क्योंकि तेनू लोग सुनना आए हैं, तेरी बनाई होगी। खुदावन यीशु मसीह के नाम च मंगते आमीन। बैठ जाएंगे सब, खुदा का नाम मुबारक हो, प्रभु का धन्यवाद। और प्रभु का धन्यवाद, पूरा नाम मुबारक होवे। और जो आप आयत पढ़ी है यूहन्ना दी इंजील दी, और खुदा का नाम मुबारक हो, इसे करके आप पढ़ी है। कोई भी बंदा, कोई भी चीज़ जिन्ना चिकर तक वह ऑपरेशन वो बारे दसिया ना जाए अच्छी तरह नाल, वो बारे जानू ना कराया जाए, दूसरा कोई भी बंदा उस चीज़ वाल नहीं तुरता। इस करके संदेश वाक ने समझाया, उन्हें क्या प्रभाव जिहड़ा हुंदा है, एक आत्मिक प्रभाव हुंदा है, एक शरीरक प्रभाव हुंदा है। दो तरह का प्रभाव हुंदा है, लेकिन हुंदा जरूर है। कोई ये ना कहे प्रभाव नहीं हुंदा, प्रभाव जरूर हुंदा है, लेकिन आत्मिक प्रभाव और शरीरक प्रभाव दो तरह का प्रभाव होता है। लेकिन संसार दे विच लोग शरीरक प्रभाव ना चलते हैं, लेकिन परमेश्वर की लैन दे विच लोग आत्मिक प्रभाव ना चलते हैं। इन्हां दोनों दे विच फर्क होता है, शरीरक प्रभाव और आत्मिक प्रभाव। और जिन्ना चिकर तक किसी भी मनुख के उत्ते, किसी भी भाई भैन के उत्ते
आत्मा का प्रभाव नहीं हुंदा, ਉਹਦੀ आत्मा जिहड़ी है कायल नहीं हुंदी कदी। और ਜਦੋਂ ਉਹਦੀ आत्मा कायल हुंदी है, कायल हुंदी है, फिर वो परमेश्वर के घर ਦੇ ਵਿੱਚ ਆਉਂਦਾ है। और उदों उस तो बाद वो कदी परमेश्वर तो दूर नहीं रहता। लेकिन जिन्ना चिकर तक साडा सोल जड़ा आ पूरी तरह घायल नहीं हुंदा आत्मिक गल्लां नाल, उन्ना चिकर तक असी परमेश्वर तो दूर रहते हैं। क्योंकि प्रभाव है किसी चीज़ का साडे उत्ते जिहड़ा सानू सही तरीके नाल परमेश्वर नाल जुड़न नहीं दिंदा। और जो गल्लां मैं थोड़ियां रखणियां तुहाडे अगे बड़े ध्यान नाल सुनना उन्होंने, और तुसीं अपने आप नूं चैक करना है। सब ने, असीं सब ने अपने आप नूं भी चैक करना है। सुनन नाल जिहड़ा सुनना है अच्छी गल है, क्योंकि सुनन का भी प्रभाव है। जिहड़ी शीबा दी राणी ने सुनिया सी, लेकिन उन्होंने सुन के घर नहीं बैठ गई। वो अपनी राणी सीगी, वो घर बैठ सकती सीगी, लेकिन उन्हें सुनी गई, लेकिन वो अंदर एक ऐसी चीज़ बन गई जिन्हें उन्होंने एक हलचल अंदर पैदा करती। वो सोल के अंदर हलचल पैदा हुई और वो सुलेमान नूं देखण नूं निकल पई। उन्हें अपने बैल जबूल के नबियां को गई, क्योंकि उत्थे मंदिर सीगे बने हुए। उन्होंने तो पूछया, इजाजत लई अपने जाजका तो इजाजत लई भी मैं उसनूं देखना चाहती हाँ, क्योंकि उन्हें इजाजत तो बिना जा नहीं सी सकती। लेकिन वो राणी सीगी, उन्होंने ना, क्योंकि उन्हें अच्छी गल अपने उन्होंने मोरे मन जाजका के मोरे रखी। समझ आ रही? वो क्योंकि वो मूर्ति पूजक सी, उपासक, बुत प्रस्ती करती सी। लेकिन वो सुनन नाल, मैं नहीं कहना सुनिया नहीं, सुनन नाल प्रभाव पैंदा आ। लेकिन सुनिया की उन्हें, उस राणी ने सुनिया की, उन्हें परमेश्वर की वड्याई के बारे सुनिया। उन्हें परमेश्वर की वड्याई के बारे सुनिया भी जेड़ा सुलेमान जेड़ा इसराइल का यहोवा आ, वो अज भी उन्होंने नाल उस तरह ही है जिदा उहदे बजुर्गों के नाल सीगा। सुनन की गल देखो, सुनते की पे आ, असली गल तो है भी सुन की रहे असी। वो सुन की रही सी, वो सुन की रही सी, सुनता की पई सी। वो कोई शरीरक गल्लां नहीं सी सुन रही। शरीरक गल जिहड़ी है तुहानू परमेश्वर के नाल नहीं मिला सकती। जिहड़ी शरीरक गल होएगी वो परमेश्वर वाल तुहानू नहीं खिंच सकती। कोई भी शरीरक गल ला लो, वो तुहानू परमेश्वर के वाल नहीं खिंच सकती, कभी भी नहीं खिंच सकती। लेकिन जदों असी परमेश्वर की बाणी की गल करते हाँ, वो इंसान की करती, प्रभाव करती है, कायल करती है, प्रभाव करती है। उत्ते एक प्रभाव बनाती अपना, वो मसा जिहड़ा बाणी का हुंदा उत्ते प्रभाव पाउंदा आ। लेकिन पानी का मसा उत्ते प्रभाव बनाउंदा आ। उस तो बाद जो वो सुनन लग पिया जां सुनन लग पई, वो जरूर एक दिन परमेश्वर तक पहुंचूगा। हालेलुया। अज दुनिया ने की कीता, अज परमेश्वर की बाणी नूं, अज मसीहत जिहड़े मसीह लोग हैं उन्हां दा सिस्टम देखो किदां दा बन चुका है। तुसीं झाती मारो दुनिया दे नाल, क्योंकि जिन्ने भी मसीह है उन्होंने तुसीं हाल देखो, उन्होंने सिस्टम देखो किदां दे बन चुके हैं। वो केड़ा प्रभाव लै रहे हैं, लेकिन प्रभाव लै रहे हैं वचन जो असीं पढ़ते हैं ना, प्रभाव लै रहे हैं वचन का प्रभाव। वो लै रहे हैं वचन का प्रभाव ही असीं लै रहे हैं। वचन का प्रभाव असीं लै रहे हैं, वचन का प्रभाव वो भी सारे मसीह लोग लै रहे हैं। लेकिन दोनों के प्रभाव दे विच फर्क है।
दोनों ने प्रभाव, दोनों दियां गल्लां 'च फर्क है, क्योंकि तुलना तुसी करनी है। हालेलुया। असी कहने अफसियां की पुस्तक 'च लिखा मेरा ख्याल, इक्को ही निश्चा, इक्को ही प्रभु, इक्को ही बपतिस्मा। राइट। वो कहते तीन प्रभु, बपतिस्मे 50 जिन्ने बारी मर्जी हो जाए, तीन प्रभु, पिता प्रभु, पुत्र प्रभु, पवित्र आत्मा प्रभु। बाणी समझ आ रही? बाणी का प्रभाव देखो, किन्ने भाई मैं समझ रहे? बाणी का प्रभाव है, बाणी दस रहे हैं, वो भी बाणी दसते, असी भी बाणी दसते हैं। हालेलुया। असी कहने इक्को ही परमेश्वर है, इक्को ही निश्चा आ, इक्को ही बपतिस्मा आ, इक्को ही आत्मा आ, प्रभाव दोनों ही है कि सच्चाई है। क्योंकि मैं नहीं कह रहा, मैं बाइबल की गल कर रहा हाँ। हाले सारे पता है गल की। हुण तिन्हां दे पिता वखरा है, पुत्र वखरा है और पवित्र आत्मा वखरा है, लेकिन बाइबल कह रही है भी इक्को ही है। इसराइल का इक्को ही परमेश्वर है, यहोवा। बाइबल सानू साफ कह रही है। हुण इक्को ही प्रभु, इक्को ही तुहाडा विश्वास है, इक्को बपतिस्मा सही है। तुसी जिन्ना मर्जी बपतिस्मे ले होण, छिट्टे वाला लिया होवे, कोई भी लिया होवे, जिन्ना मर्जी कीता होवे, लेकिन जदों तुसी असली प्रभाव थले आए, तुहानू असली चीज़ करनी पैनी है। उन्होंने चीज़ नू सैट करना पैना बपतिस्मे। जे कोई कहे मैं तो हुण बुढ़ा हो गया आ, उन्होंने निकुदिमुस की लिखत नू याद कर लवे। निकुदिमुस ने भी यही शब्द बोले सीगे, प्रभु जो मैं बुढ़ा हो गया आ, हुण मैं माँ के गर्भ च किद्दां जा सकता है। ये सब तमाम तरह की रेवलेशन हैं, प्रकाशन है। खुदा का नाम मुबारक होवे। हुण ये मसीह हैं, प्रभाव सही नहीं है मसीह हैं, लेकिन प्रभाव सही नहीं है। तुसी कहोगे प्रभाव सही नहीं है, ये जिहड़ियां लूतियां हैं, लूतियां की हैं, लोगों नू गलत पासे लाउणा। बाइबल का प्रभाव नहीं, क्योंकि जे बाइबल का प्रभाव पाउणा आ तो फिर हॉली स्पिरिट का प्रभाव हुंदा आ। जो असी बाइबल की सेध से चलना है, हॉली स्पिरिट का प्रभाव होना आ, और हॉली स्पिरिट ने कभी भी इधर दी उधर नहीं होना। और जड़ियाँ मेरिया और मनुख दियाँ गल्लां इधर उधर हो सकदियां हैं, लेकिन परमेश्वर दियाँ गल्लां इधर उधर नहीं हो सकदियां। कई लोग सुनते हैं, कई बार मैंने दसदे आ, पुछदे आ भी भाई जी आ गल असी पढ़ी, और जो असी इहनूं पढ़िया तो सानू समझ नहीं आई, तुसी इहदे बारे थोड़ा जिहा समझा दो। हुण जो कोई भाई सानू पुछदा आ, कोई भैन इह गल नूं पुछ लवे, चाहिए उसका हक है। जे मैनू नहीं पता होगा चुप रवांगे, तो जे पता है तो जरूर उन्हें दसांगे। पर जो उन्हें गल पुछ लई, जो कोई चीज़ साडे उत्ते खुल गई, वो फिर सानू उस चीज़ नूं करना पैना है। ये है देखो बाइबल, कई लोग कहते हैं ऊपर जाके देखांगे की होना। बाइबल इदा नहीं कहती, खुदा का कलाम तुसी नवा नेम सारा पढ़ के देखो, उन्हें तेनू पूरा क्लीयर कर देना तू कित्थे जाना। बाइबल ने, खुदा के कलाम ने तेनू दस देना है तुसी कित्थे जाना है, सज्जे जाना है कि खब्बे जाना है। समझ आ रहे? जे सानू पता लग गया भी असी सज्जे जाना है या खब्बे जाना है, तो फिर क्यों ना आप जे खब्बे जा रहे हैं सही ठिकाने ते हो जावांगे, सज्जे पासे चल लवांगे। क्योंकि सज्जा हथ जिहड़ा आ वो किरपा दा आ, तेज दा हथ है। हालेलुया। क्योंकि जींदे बाइबल दा खुदा दा कलाम जींदे जी तुहाडे कोल हजे मौका आ।
ਅਸੀਂ ਸੁਣੀ ਜਾਂਦੇ ਆ ਸਭ, ਇਦਾਂ ਨਹੀਂ ਆ। ਅਸੀਂ ਜਦੋਂ ਗੱਲ ਨੂੰ ਸੁਣਿਆ, ਉਸ ਸ਼ਿਵਾ ਦੀ ਰਾਣੀ ਨੇ ਜਦੋਂ ਗੱਲ ਨੂੰ ਸੁਣਿਆ, ਉਹਨੇ ਤਿਆਰੀ ਬੰਨੀ, ਉਹਨੇ ਤਿਆਰੀ ਕੀਤੀ, ਬੈਠੀ ਨਹੀਂ ਰਹੀ, ਉਹ ਸੁਣਦੀ ਰਹੀ, ਉਹ ਬੈਠੀ ਨਹੀਂ। ਉਹਨੇ ਕਿਹਾ ਮੈਂ ਹੁਣ ਕੀ ਕਰਨਾ ਆ। ਉੱਥੇ ਇਹੋ ਜਿਹਾ ਵਾਤਾਵਰਨ ਬਣਿਆ, ਇਹੋ ਜਿਹਾ ਪ੍ਰਭਾਵ ਬਣਿਆ। ਉਹਨੇ ਤਿਆਰੀ ਕਰਕੇ ਆਪਣੇ ਜਾਜਕਾਂ ਨੂੰ ਕਿਹਾ, ਜਿਹੜੇ ਉੱਥੇ ਦੇ ਸੀ, ਉਹਨਾਂ ਨੇ ਕਿਹਾ ਵੀ ਮੈਨੂੰ ਇਜਾਜ਼ਤ ਦਿਓ, ਮੈਂ ਸੁਲੇਮਾਨ ਨੂੰ ਦੇਖਣ ਜਾਣਾ ਹੈ। ਜਿਹੜੇ ਜਿਹੜਾ ਉਹਨਾਂ ਨੇ ਸੁਣਿਆ ਮੈਂ ਜਿਉਂਦਾ ਯਹੋਵਾ ਆ, ਉਹਦੇ ਕੰਮਾਂ ਨੂੰ ਦੇਖਣ ਜਾਣਾ ਆ। ਹਾਲੇਲੂਇਆ। ਕੰਮ ਤੇ ਉਹ ਵੀ ਬਹੁਤ ਸਾਰੇ ਕਰਦੇ ਸੀਗੇ, ਵਧੀਆ ਵਧੀਆ ਪੜ੍ਹਾਈ ਸਭ ਕੁਝ ਸੀਗਾ, ਲੇਕਿਨ ਉਹ ਕਹਿੰਦੀ ਇਹ ਅਨੋਖੀ ਚੀਜ਼ ਕਿਹੜੀ ਆ? ਉਸ ਥਾਂ ਤੇ ਕੋਈ ਅਨੋਖੀ ਚੀਜ਼ ਆ ਜਿਹਨੇ ਮੇਰੇ ਉੱਤੇ ਇੰਨਾ ਪ੍ਰਭਾਵ ਪਾ ਦਿੱਤਾ ਆ ਵੀ ਮੈਨੂੰ ਬੇਚੈਨ ਕਰ ਦਿੱਤਾ ਆ, ਤਾਂ ਕਿ ਮੈਂ ਉਸ ਥਾਂ ਨੂੰ ਜਾ ਕੇ ਦੇਖਾਂ। ਹਾਲੇਲੂਇਆ। ਕੋਈ ਚੀਜ਼ ਐਸੀ ਹੋਵੇ, ਤੁਹਾਡੇ ਕੋਲ ਐਸੀ ਚੀਜ਼ ਹੋਵੇ ਜਿਹੜਾ ਅਗਲਾ ਕਹੇ ਮੈਂ ਉਸ ਘਰ ਵਿੱਚ ਜਾ ਕੇ ਦੇਖਾਂ। ਹਾਲੇਲੂਇਆ। ਖੁਦਾ ਦਾ ਨਾਮ ਮੁਬਾਰਕ ਹੋਵੇ। ਉੱਥੇ ਨੱਚਣਾ ਟੱਪਣਾ ਨਹੀਂ ਦੇਖਣ ਗਈ ਸੀ, ਢੋਲ ਵੱਜਣ ਨਹੀਂ ਦੇਖਣ ਗਏ, ਉਹ ਤਾਂ ਬਥੇਰੇ ਵਜਾਉਂਦੀ ਸੀ ਉੱਥੇ। ਹਾਲੇਲੂਇਆ। ਨੱਚਣਾ ਟੱਪਣਾ ਨਹੀਂ ਦੇਖਣ ਗਈ ਸੀਗੀ, ਲੇਕਿਨ ਨਬੀ ਨੇ ਕਿਹਾ ਉਹ ਕੁਝ ਦੇਖਣ ਗਈ ਸੀਗੀ। ਹਾਲੇਲੂਇਆ। ਉਹਦੇ ਗੁਣ ਦੇਖਣ ਗਈ ਸੀਗੀ, ਸੁਲੇਮਾਨ ਦੇ ਉਹਦੀ ਬੁੱਧ ਨੂੰ ਦੇਖਣ ਗਈ ਸੀ, ਜਿਹਦੇ ਬਾਰੇ ਮੈਂ ਸੁਣਿਆ ਆ। ਹਾਲੇਲੂਇਆ। ਉਹਦੇ ਚਰਿੱਤਰ ਨੂੰ, ਉਹਦੀ ਹਰ ਇੱਕ ਚੀਜ਼ ਨੂੰ ਦੇਖਣ ਗਈ ਸੀਗੀ। ਖੁਦਾ ਦਾ ਨਾਮ ਮੁਬਾਰਕ ਹੋਵੇ। ਹਾਲੇਲੂਇਆ। ਪ੍ਰਭਾਵ ਸੀਗਾ ਉਹਦਾ, ਖੁਦਾ ਦਾ ਪ੍ਰਭਾਵ ਸੀ ਜਿਹੜਾ ਉਹਨੂੰ ਖਿੱਚ ਕੇ ਉਸ ਸਥਾਨ ਦੇ ਉੱਤੇ ਲੈ ਗਿਆ। ਹਾਲੇਲੂਇਆ। ਇਸੇ ਤਰ੍ਹਾਂ ਹੀ ਕਈ ਵਾਰੀ ਸਾਡੇ ਉੱਤੇ ਪਰਮੇਸ਼ਵਰ ਦਾ ਪ੍ਰਭਾਵ ਹੋਣਾ ਬਹੁਤ ਜ਼ਰੂਰੀ ਹੈ, ਉਹਦੇ ਵਚਨ ਦਾ ਪ੍ਰਭਾਵ ਹੋਣਾ ਬਹੁਤ ਜ਼ਰੂਰੀ ਹੈ। ਜੇ ਸਾਡੇ ਉੱਤੇ ਇਹ ਚੀਜ਼ਾਂ ਦਾ ਪ੍ਰਭਾਵ ਨਹੀਂ ਆ, ਹਜੇ ਵਚਨ ਦਾ ਪ੍ਰਭਾਵ ਨਹੀਂ ਆ ਰਿਹਾ, ਤੇ ਅਸੀਂ ਖੁਦਾ ਦੇ ਵਚਨ ਤੋਂ ਬਹੁਤ ਦੂਰ ਬੈਠੇ ਹਾਂ। ਹਾਲੇਲੂਇਆ। ਖੁਦਾ ਦਾ ਨਾਮ ਮੁਬਾਰਕ ਹੋਵੇ। ਬਹੁਤ ਸਾਰੇ ਗੱਲਾਂ ਹਨ ਜਿਹੜੀਆਂ ਮੈਂ ਤੁਹਾਡੇ ਅੱਗੇ ਇਸ ਗੱਲ ਦੇ ਉੱਤੇ ਰੱਖ ਸਕਦਾ ਹਾਂ, ਲੇਕਿਨ ਮੈਂ ਥੋੜ੍ਹਾ ਜਿਹਾ ਯਹੂਨਾ ਦੀ ਇੰਜੀਲ ਲਈ, ਜਦੋਂ ਚੇਲਿਆਂ ਨੇ ਉਹਨੂੰ ਕਿਹਾ, ਪ੍ਰਭੂ ਕਿਸੇ ਦੂਸਰੇ ਚੇਲੇ ਨੇ ਕਿਹਾ ਆ ਤਾਂ ਵੇਖ, ਜਿਹੜੀ ਚੀਜ਼ ਤੂੰ ਚਾਹੁੰਦਾ ਆ, ਜੇ ਤੂੰ ਮੇਰੇ ਨਾਲ ਆਏਗਾ ਤਾਂ ਫਿਰ ਤੂੰ ਆਪਣੀ ਅੱਖਾਂ ਨਾਲ ਦੇਖੀ। ਜਦੋਂ ਉਹਨਾਂ ਨੇ ਦੇਖਿਆ ਪਰਮੇਸ਼ਵਰ ਦੇ ਬਾਰੇ, ਪ੍ਰਭੂ ਨੂੰ ਦੇਖਿਆ, ਉਹ ਫਿਲਿਪਸ ਜਿਹੜਾ ਸੀਗਾ ਸਾਰੀ ਰਾਤ ਪ੍ਰਭੂ ਦੇ ਕੋਲ ਰਿਹਾ। ਇਹ ਨਹੀਂ ਆ ਵੀ ਉਹ ਗਿਆ, ਉਹਨੇ ਇੱਕ ਗੱਲ ਕੀਤੀ, ਦੋ ਗੱਲਾਂ ਕੀਤੀਆਂ ਤੇ ਉੱਠ ਕੇ ਉਹ ਨਾਲ ਚੱਲ ਪਿਆ। ਇੱਦਾਂ ਨਹੀਂ ਸੀ। ਕਿਸੇ ਵੀ ਚੀਜ਼ ਨੂੰ ਲਿਆਉਣ ਦੇ ਲੱਗੇ ਕੋਈ ਸਮਾਂ ਲੱਗਦਾ ਆ। ਉਹਦੇ ਬਾਰੇ ਉਹਨੂੰ ਦੱਸਿਆ ਗਿਆ, ਉਹਦੇ ਸਾਰੇ ਗੁਣ ਦੱਸੇ ਗਏ, ਉਹਦੀ ਸਾਰੀਆਂ ਗੱਲਾਂ ਦੱਸੀਆਂ ਗਈਆਂ, ਔਰ ਉਹਨੇ ਕਿਹਾ ਆਹ ਚੀਜ਼ ਜਿਹੜੀ ਤੂੰ ਲੱਭਦਾ ਆ ਉਹ ਆਹ ਚੀਜ਼ ਹੈ। ਪਰ ਗੱਲ ਦੇ ਵੀ ਕੋਈ ਖੋਜੀ ਵੀ ਹੋਣਾ ਚਾਹੀਦਾ ਆ ਉਸ ਚੀਜ਼ ਦਾ। ਜਿਹੜਾ ਚੀਜ਼ ਮੰਨ ਲਓ ਕੋਈ ਖੋਜੀ ਨਹੀਂ ਆ, ਉਸ ਚੀਜ਼ ਉਹਨੂੰ ਚਾਹੀਦੀ ਨਹੀਂ ਆ, ਤੁਸੀਂ ਉਹਨੂੰ ਚੀਜ਼ ਦਿਓਗੇ ਉਹਨੇ ਲੈਣੀ ਹੀ ਨਹੀਂ। ਤੁਸੀਂ ਜੇ ਉਹਨੂੰ ਉਹ ਚੀਜ਼ ਦਿਓਗੇ, ਉਹ ਚੀਜ਼ ਉੱਤੇ ਕੰਮ ਹੀ ਨਹੀਂ ਕਰਨੀ। ਕਿਉਂ? ਕਿਉਂਕਿ ਉਹਦੇ ਤੇ ਸਰੀਰ ਦਾ ਪ੍ਰਭਾਵ ਹੈ। ਉਹ ਸਰੀਰ ਦਾ ਪ੍ਰਭਾਵ ਜਦੋਂ ਇਨਸਾਨ ਤੇ ਹੁੰਦਾ ਆ, ਉਹ ਆਤਮਿਕ ਪ੍ਰਭਾਵ ਨਹੀਂ ਲੈ ਸਕਦਾ। ਉਹਦੇ ਤੇ ਇੱਕੋ ਹੀ ਚੀਜ਼ ਦਾ ਪ੍ਰਭਾਵ ਰਹਿਣਾ। ਖਿਆਲ ਰੱਖਿਓ ਮੇਰੀ ਗੱਲ ਦਾ, ਜਿਹੜਾ ਤੁਹਾਡੇ ਸੋਲ ਹੈ, ਜਾਂ ਤਾਂ ਯਿਸੂ ਮਸੀਹ ਨੂੰ ਪਰਮੇਸ਼ਰ ਮੰਨੇਗਾ ਜਾਂ ਉਹਦਾ ਇਨਕਾਰ ਕਰੇਗਾ। ਦੋ ਗੱਲਾਂ ਆ। ਹਾਲੇਲੂਇਆ। ਕਦੀ ਨਹੀਂ ਹੈ। ਜੇ ਕੋਈ ਬੰਦਾ ਕਹਿੰਦਾ, ਮੈਂ ਇੱਕ ਤੁਹਾਨੂੰ ਉਦਾਹਰਨ ਦਿੰਦਾ, ਜੇ ਕਿਸੇ ਦਾ ਬਪਤਿਸਮਾ ਸਹੀ ਨਹੀਂ ਹੈ, ਬਾਈਬਲ ਟੂ ਰਿਕਾਰਡਿੰਗ ਬਪਤਿਸਮਾ ਲਵੇ ਜੇ ਉਹ ਮਸੀਹ ਬਣਨਾ ਚਾਹੁੰਦਾ, ਕਿਉਂਕਿ ਉਹਨੇ ਮਸੀਹ ਨਾਲ ਵਿਆਹ ਹੀ ਨਹੀਂ ਕਰਾਇਆ। ਜੇ ਉਹਨੇ ਮਸੀਹ ਨਾਲ ਵਿਆਹ ਨਹੀਂ ਕਰਾਇਆ ਤੇ ਉਹ ਮਸੀਹ ਨਹੀਂ ਆ, ਕਿਉਂਕਿ ਉਹਨੇ ਆਪਣੇ ਪਤੀ ਦਾ ਨਾਮ ਹੀ ਨਹੀਂ ਲਿਆ। ਉਹਦੇ ਤੇ ਮਸੀਹ ਦਾ ਪ੍ਰਭਾਵ ਨਹੀਂ ਆ, ਉਹਦੀ ਫੈਮਿਲੀ ਦਾ ਮਸੀਹ ਦਾ ਪ੍ਰਭਾਵ ਨਹੀਂ ਆ। ਮੈਨੂੰ ਸਾਬਤ ਕਰ ਦੇਵੇ ਬਾਈਬਲ ਜੋ ਉਹਦੇ ਤੇ ਮਸੀਹ ਦਾ ਨਾਂ ਹੈ। ਹਾਲੇਲੂਇਆ।
क्योंकि मसीह का नाम उदो ही शुरू होना है जो उहदे जुड़ना है। ब्याह तो बिना कोई भी पति पत्नी नहीं बन सकता। वो ब्याह के लिए उन्होंने एक नाम दिता जाता है, वो नाम उसे प्रभाव करता है। हालेलुया। वो तीन पति करके बैठे हुए हैं, पिता पति, पुत्र पति, पवित्र आत्मा पति। हालेलुया। लेकिन असली तुहाडा एक पति है। हुण तीन पति एक पति फर्क है कि नहीं? तुसी सियाणे हो। हालेलुया। खुदा दा नाम मुबारक। लेकिन वो कोई भी भाई, कोई भी होवे, कोई भी बुजुर्ग होवे, खुदा दा कलाम जिहड़ा है वो सच्चाई बोलता है। वो यही है, इक्को ही बपतिस्मा, इक्को ही निश्चा और इक्को ही परमेश्वर, इक्को ही प्रभु। हालेलुया। जो बपतिस्मा गलत है उन्हें सैट करे, वो मैरिज करावे। कहना मैरिज होनी है यीशु मसीह ना, किसी पतरस नाल नहीं होनी या पौलुस नाल नहीं होनी। उहदी मैरिज होनी है यीशु मसीह दे नाल। जे उन्हें तोबा का बपतिस्मा लिया वो नहीं चलना, वो चलना ही नहीं है। क्योंकि समा सीगा जो तोबा का, हुण समा तोबा का नहीं सीगा। क्योंकि 19 अध्याय प्रेरितां विच कहा पौलुस ने, कहता कि तुसी पवित्र आत्मा पाया? वो कहते असीं तो इहदी बारे सुनिया भी नहीं। तो वो कहता काहदा तुसी बपतिस्मा लिया? वो कहते यूहन्ना दा। उन्हें कहा यूहन्ना दा तोबा दा बपतिस्मा दिंदा सीगा, पर उन्हें कहा जिहड़ा मेरे पिछों आने वाला है मैं उहदे तस्मा खोलण दे योग भी नहीं है। हालेलुया। उन्होंने कहा ये नहीं चलना, वो कहता ये नहीं चलना होना। हालेलुया। आज तमाम तरह के मिशना, तमाम तरह के लोग लूटियां के नाल प्रभाव पा रहे हैं। लेकिन तुहाडे कोल तुहाडी बाइबल है, उन्हें पढ़ो। किसी की गल का विश्वास ना करो। हालेलुया। अपनी बाइबल तुहाडे हाथ में है, इनू तुसी पढ़ो और मैनू ठीक बपतिस्मा दिखावे। कई लोग समझते बपतिस्मे का की होना। श्रीमान माफ करियो, जे पहली पौड़ी सही नहीं है, जे हजे तक तू पहली पौड़ी सही नहीं चढ़े, अगे कित्थे जावांगे? हालेलुया। कि 19 अध्याय वाला प्रेरित जिहड़ा सीगा, वो लोग जिहड़े सी जिन्हां ने अपने बपतिस्मे नूं सैट कीता, और पौलुस ने उन्हां नूं सही बपतिस्मा दिता। उस समय दा उन्होंने अपने आप नूं सैट कीता। हालेलुया। उन्होंने दुनिया नूं नहीं देखिया, उन्हें कहा सानू जो सैट है वो चीज चाहिए है, क्योंकि अफसुस का युग सीगा हो। हालेलुया। और चांदन बहुत सीगा उदों, और पौलुस जिहड़ा सीगा वो खुदा दी रूह नाल भरिया मुद्दा सीगा। वो गलत थोड़ी कर सकता सीगा कि तैनू मैं हुण डबल, लोकी कहंदे डबल बपतिस्मा, कि पौलुस गलत है? जे गलत हुंदा तो बाइबल च नाम ना हुंदा। अज 14 पत्नियां ने लिखियां, 14 पत्नियां ने लिखता। यह प्रभाव है वचन का, सही दा और गलत दा। कई सारी उम्र गलत प्रभाव थले रहते हैं और थले दफन हो जाना उन्होंने, लेकिन अपनी जिद के मारे खड़े रहते हैं। आकड़ मार जाती है। अज करनैलिटी जी है, मसीहत जी है, मसीहत उन्होंने को परमेश्वर का नाम नहीं है। जे तुसी दिखाओ उन्होंने पता नहीं, समझ नहीं लगनी। हालेलुया। चंगे चंगे पादरी कई नाम हज़ारां, मेरा ख्याल हज़ारां मिशना हैं, उन्होंने गल क्यों नहीं खुलती? सोचते उन्होंने नहीं पता। साढ़े नाल बहुत सवाल हुए, लेकिन साढ़े उत्ते तां नहीं असर होया ताकि साढ़े कोल वचन का प्रभाव सीगा। हालेलुया। मैं तुहानूं कह रहा, जे इंसान के उत्ते वचन का प्रभाव है तो खुदा का नाम मुबारक होवे। ओ मेरी भैन, ओ मेरा भाई, खुदा के वचन दे विच सेट बैठा होया आ, और गोदरी विच सेट है हो। हालेलुया।
तुसी अपनी बाइबल खोलो, जाके घर पढ़ो। जे पिता पुत्र पवित्र आत्मा के नाम च किसी ने बपतिस्मा दिता होवे, मैं इस स्थान पर बैठ खड़ा आ, मैनू आके कह दे ये बंदा झूठा आ। हालेलुया। पर जे दिता होगा तो ही तो लभूगा। हालेलुया। खुदा का नाम मुबारक होवे। गलत प्रभाव चो निकलो। तुहाडे परिवार का, तुहाडी पत्नी का, तुहाडे बच्चियां का तुहाडे ते प्रभाव हो सकता है, लेकिन वचन का प्रभाव नहीं है। लेकिन अपने आप को मसीह कहने हैं, लेकिन प्रभाव औरतों का, प्रभाव साडे को अपने बच्चियां का, प्रभाव हर चीज का है। हालेलुया। वह वचन का प्रभाव किथे गया? वचन का प्रभाव, वचन की बाणी सुनते हाँ, वचन खाते हाँ और वचन पढ़ रहे हाँ। प्रभाव किहदा होना चाहिए है? वचन का होना चाहिए है और प्रकाशन का होना चाहिए है। लेकिन नहीं, प्रभाव औरत का है। हालेलुया। भाई हरमिंदर जिहड़े आ, उन्होंने प्रचार तो बहुत वधिया आ, पर सख्त बहुत आ। हालेलुया। सख्त क्यों आ? क्योंकि मैं लूतियां नहीं लाउंदा। तुसीं कहोगे भाई जी जे चाहो पढ़ना तो हुणे पढ़ सकते हो। इक्को ही बपतिस्मा, इक्को ही प्रभु, हाँ, इक्को ही निश्चा जिहड़ी संतां नूं इक वारी सौंपी गई। हालेलुया। खुदा का नाम मुबारक होवे। स्टार्टिंग सही होनी चाहिए है। मैं तुहानूं दस रहा क्योंकि समा नज़दीक आ गया, हर चीज़ नज़दीक आ चुकी है। कमांड, साडियां अखां उच्चियां, ये कुछ नहीं चलना। अखां च उपर है, ये थल्ले डाउन हो जानी, मिट्टी च हो जानी। सब तो सजना जो तू कबर दे विच जाना है, सब तो पहला तेरा नक टुटना। हालेलुया। अखां खत्म, सब मिट्टी को बाणी क्यों सी सुनते हैं? ताकि होली स्पिरिट जरा सानू सही करे, ਉਹਦਾ प्रभाव लेने बाणी का। हालेलुया। एक शरीर का प्रभाव है, वो तुहाडा घर है, वो तुहाडे यार दोस्त मित्र हैं, वो तुहाडा घर का प्रभाव है। जे घर का प्रभाव भी होवे, ਉਹਦੇ ਵਿੱਚ भी एक कोई वधिया चीज होवे। जिद्दां मैं तुहानूं पिछले समय दस्सिया सी, जे एक पिता है, ਉਹਦਾ प्रभाव अच्छा होना चाहिए है, ਉਹਦੇ दादे का प्रभाव अच्छा होना चाहिए है। भी साडा जिहड़ा दादा सीगा वो दोगला नहीं चलिया, साडी दादी दोगली नहीं चली। हालेलुया। साडा दादा जिहड़ा सीगा जां साडा पिता जिहड़ा सीगा, ਉਹਦੇ ते यीशु मसीह का प्रभाव सीगा। मेरे दादे ते मेरी दादी का प्रभाव नहीं सीगा। भी वो काम करती सीगी, वो पैसे लियाती सीगी। हालेलुया। इहो जिहा काम ना करो। आमीन। खुदा का नाम मुबारक होवे। तुहाडा तुसीं मुखी हो, तुहाडा प्रभाव तुहाडे परिवार ते होवे, ताकि वो जे तुसीं धरती नूं छड्ड के जाओ, वो याद रखण साडा प्यो मसीह दे विच पक्का सीगा। उन्हें अपना जीवन एक मसीह नूं दिता सी। ये है असली प्रभाव। हालेलुया। तन मैं कोई दिखाना दोगला काम किद्दां हुंदा। जदों किसी के घर दे विच लोग समझते आ युद्ध हमेशा परिवार च हुंदा, घर च हुंदा। या तो तुसीं हार जूगे या फिर जित जूगे। हालेलुया।
लेकिन जे तुहाडे कोल शरीर का प्रभाव है तुसी हार गए, तुसी जुआ हार गए। जिंदगी एक जुआ आ सजनों, ख्याल रखियो मेरी गल नूं और याद रखियो जो मैं कह रहा, जिंदगी एक जुआ आ। कोई हार जाता आ, कोई जित जाता, कोई हार के चले जाता, कोई जित जाता। हालेलुया। लेकिन कई बंदे जितते जितते जिदा उरी जा बगन अखीर ते हार गए। कई लोग मसीह ना चलते चलते थक गए, कई लोग चलते चलते तां चले गए। मसीह एक जीवन, एक अच्छा जीवन है और हमेशा वचन का प्रभाव उत्ते रहे। खुदा का नाम मुबारक होवे। तुसी अपनी छाप किसी ने छड्डनी है, ओदी छाप नहीं लैनी। जो तुसी ओदी छाप लाओगे इस करके तुसी खत्म हो जाओगे। दो तरह के लोग हैं। कि आपां रूथ की पुस्तक पढ़ांगे सारे जने? हाँ, चलो प्रभु का धन्यवाद। दो मैडम आप जानते हाँ, हैगियां तीन सी। एक ओदी रूथ की पुस्तक नौमी सी, अलीमलक सीगा, एहलौन सीगा, कैलौन सीगा। ये बच्चे सी उन्होंने, नौमी पत्नी सी। मैं थोड़ा जिहा तुहाडे नाल पढ़न लगा ताकि थोड़ा जिहा आपां नूं वधिया तरह नाल समझ आ जाए। बाइबल ने तीन औरतों की कहानी की इत्थे, नौमी दी, रूथ दी ते आरपा दी। हुण एक परिवार की मैं जो परिवार की गल की, मैं क्या हुण परिवारक कहानी एक तुहाडे अगे रखते हैं प्रभु की दया नाल, ताकि आपां नूं कुछ गल नूं समझण लगे। परमेश्वर का धन्नवाद, साडे उत्ते वो चीज़ खुले। असी अपने आप नूं कोई ये ना सोचे मेरी उम्र इन्नी आ, मेरी उम्र इन्नी आ। वचन सब नूं सैट कर सकता, चाहे किदां दा होवे। प्रभु का नाम मुबारक होवे। खुदा का कलाम हर एक नूं सैट करदा। मैं तैनूं अज पहले दस्सिया किसी नूं किसी चीज़ की लोड़ है, प्रभु नूं सैट करे, क्योंकि सही प्रचार, सही प्रभाव तैनूं खुदा तक लैके जाएगा। हालेलुया। नौवीं जो उस स्थान के उत्ते काल पै गया बैतलहम दे विच, ते जिहड़ा उहदा पति सी नौमी का, दोनों जणिਆਂ ने सलाह लई भी असी उत्थे चलने आ अपना मुआब दे विच चलने आ, मुआब दे देश में आन। मुआबी जड़े सीगे वो इसराइलियां नाल रखते संबंध। मुआबन उही है जिहड़े लूत दियां कुड़ियां तो बच्चे पैदा होए सी। इस करके वो इन्हां नाल समझ आई, रली मिली सरकार सी। समझ आ रही है ध्यान ना? लेकिन खुदा जड़ा आ वो प्योर आ। ख्याल रखियो गल दे, यीशु मसीह नूं कोई भी चीज़ मिलावट वाली पसंद नहीं है। क्यों? क्योंकि वो प्योर है। आमीन। कि सब सहमत हो मेरे प्रभु की दया नाल? तुहाडा खुदा मेरा यह जिहा वो प्योरिटी पसंद करता है। उन्होंने उस स्थान के उत्ते बच्चों ने ब्याह करा ले, और सबनूं कहानी पता, मैं तां छोट कर दस रहा। उन्होंने दो बच्चों ने ब्याह करा ले, वो समय के नाल तिन्ने जने मर गए, तिन्ने रंडियां हो गई। लेकिन जिहड़ी रूथ सीगी, आरपा सी, प्रचार तो उन्होंने उही किया जाता सी। समझ आ रही? जानी कि उस परिवार च सीगियां दोनों, उस मसे थले सीगियां, इसराइल के मसे थले दोनों सीगियां मुआबना, और दोनों वो मसे थले सीगियां।
और उन्होंने प्योरिटी नाल विआह भी कराया सी। वो बच्चे उन्होंने प्योर सीगे, लेकिन आप वो दोगलियां सीगियां। लेकिन मसा जिहड़ा सी उन्हों का प्रभाव जिहड़ा सी, उहदी जिहड़ी सੱਸ सीगा, उहदी जिहड़ी सੱਸ सीगी वो बहुत तकड़ी विश्वासन सीगी, इसराइलन सीगी। कितने लोग समझ रहे हैं? हुण सिक्ख्या दोनों नूं ही सेम इक्को दित्ती जाती सी। रूथ भी उही सिक्ख्या लैंदी सीगी और आरपा भी उही सिक्ख्या लैंदी सी। हालेलुया। और दोनों ही यहोवा नूं जानदियां सीगियां और खास करके बैतलहम नूं भी जानदियां सीगियां। कितने लोग समझ रहे हैं? आमेन आमेन। प्रभु बरकत देवे। मैं तां तैनूं कहा घर का प्रभाव दस रहा। मैं जो तिने खत्म हो गया, सिस्टम खत्म हो गया, नौवीं नूं सुनेहा मिलिया बई खुदा ने उस देश नूं बहाल किया। मैं थोड़ा हिंट लेना, मैं तां माड़ी तुहाडे मूहरे रखन लगा। और डिसीजन लेना सी दोनों जणियां ने, तिन्ने रह गई सी। नौवीं ने क्या भी मैं हुण अपने प्रभु के घर विच जाना, वापसी जाना। वापसी की उन्हें, वापसी कित्थे? अगे नहीं गई, बैतलहम नूं गई। कई बार इंसान कुछ गवान तो बाद खुदा वल मुड़दा है। की सच्चाई है? हुण इन्हें तिन्ने ही आदमी मरा गया, दोने बच्चे भी मर गए, तिन्ने आप रह गई। और इन्हें क्या हुण चलिए फिर खुदा दे घर। खुदा दा घर जिहड़ा सीगा बैतलहम, जिहड़ा उहदियां हड्डां दे विच रचिया सी। और संदेश बाग ने कहा जिहड़ा बंदा आत्मा का प्रभाव थले रहिंदा है, बड़े ध्यान नाल सुनियो, जे वो ठेके उत्ते चले भी जावे ते कबूतर ने उन्होंने फिर उस समय वापस कर देना। क्यों? क्योंकि उसके अंदर बैतलहम है। ये गम आ गया ध्यान ना, ताई मैं कह रेवलेशन जरा बैतलहम का मतलब होता रोटी का घर। रोटी की है? वचन। वो सारा खुलासा कर देंगे। कई बार किसी नवे लोगों को नहीं समझ आती भाषा की। भाषा गल वो होवे जिहड़ी कलीसिया दे लई भलाई निकले, सभा के लोगों को समझ आए। तो जे मैं वो बोला ये बोलियां बोलन लग पवां, तुहानूं समझ ही ना आए, तुसीं कहना पादरी ये किहड़ा बंदा है, सानू कोई समझ नहीं आती, पादरी होर ही बोली जांदा। लोकी खुदा ने तुसीं अज हालात देखो, पुरबड़ ते उत्थों ही आउंदे ही गैर भाषा बोलनियां शुरू, ताकि लोगों के उत्ते इस चीज़ का प्रभाव पवे। लोग कह जिहड़ा पादरी है ये बड़ा आत्मिक है, समझ आए? ये तो पुरबड़ ते आउंदे ही खुदा दा आत्मा इनू फड़ लैंदा है। जे खुदा दा आत्मा फड़दा है तो फिर उन्होंने बाइबल की समझ नहीं आती। बाइबल की समझ क्यों नहीं आ रही? क्योंकि आत्मा द्वारा तो बाइबल लिखी गई है। हालेलुया। आत्मा की समझ नहीं, बाइबल सारी होली स्पिरिट ने लिखवाई है। लेकिन पढ़ाई भाख्या जो बोलते आ वो समझ, क्योंकि इको ही गल सदा ही बोलनी उन्हें, चाहे वो जिन्हें मर्जी आवे उन्हें वही गल बोलनी। और कलीसिया भी उदा ला देना जिदा की कोको उधर कोको के बच्चे। लेकिन जो बाइबल खोलो कूड़े दाड़ा नहीं आता। हालेलुया। क्योंकि प्रभाव ही नहीं है, वचन का प्रभाव ही नहीं है, प्रकाशन ही नहीं है, पता ही नहीं है। इतिहास हो सकता, ज्ञान हो सकता, लेकिन आत्मा नहीं। हालेलुया। क्योंकि खुदा दा आत्मा जिहड़ा आ बाइबल कहना सहाई कहूगा मेरिया कई गल्लां लैके तुहानूं। पवित्र आत्मा की करता है?
ਪਵਿੱਤਰ ਆਤਮਾ ਤੁਹਾਨੂੰ ਸਿਖਾਉਂਦਾ ਆ, ਸਾਨੂੰ ਸਿਖਾਉਂਦਾ ਆ ਔਰ ਆਪਣੇ ਵਚਨ ਦੇ ਅਧੀਨ ਕਰਦਾ ਆ। ਹਾਲੇਲੂਇਆ। ਖੁਦਾ ਦਾ ਆਤਮਾ ਸਾਨੂੰ ਸਭ ਨੂੰ ਅਧੀਨ ਕਰਦਾ ਆ, ਕਿਹਦੇ ਅੱਗੇ? ਵਚਨ ਦੇ ਅੱਗੇ। ਹਾਲੇਲੂਇਆ। ਖੁਦਾ ਦਾ ਨਾਮ ਮੁਬਾਰਕ ਹੋਵੇ। ਇਹ ਸਭ ਕੁਝ ਖਤਮ ਕਰ ਲਿਆ, ਲੇਕਿਨ ਉਹਦੇ ਅੰਦਰ ਖੁਦਾ ਦਾ ਡਰ ਰਿਹਾ। ਉਹਨੇ ਕਿਹਾ ਪ੍ਰਭੂ ਮੈਨੂੰ ਮਾਫ ਕਰ, ਮੈਂ ਆਪਣੀ ਗਲਤੀ ਦੇ ਕਾਰਨ ਸਜ਼ਾ ਭੋਗ ਚੁੱਕੀ ਹਾਂ, ਹੁਣ ਮੈਂ ਤੇਰੇ ਘਰ ਵਾਪਸ ਆ ਰਹੀ ਹਾਂ। ਹਾਲੇਲੂਇਆ। ਪ੍ਰਭੂ ਦਾ ਨਾਮ ਮੁਬਾਰਕ ਹੋਵੇ। ਕਈ ਵਾਰੀ ਇਨਸਾਨ ਗਲਤੀਆਂ ਕਰ ਲੈਂਦਾ ਹੈ, ਉਹਦਾ ਨੂੰ ਖਮਾਜਾ ਵੀ ਭੁਗਤਣਾ ਪਿਆ। ਜਦੋਂ ਕੋਈ ਇਨਸਾਨ ਖੁਦਾ ਦੇ ਘਰ ਨੂੰ ਛੱਡ ਦਿੰਦਾ ਆ, ਹੈ ਨਾ, ਉਹ ਦੇਸ਼ ਮਿਸਰ 'ਚ ਰਲ ਜਾਂਦਾ ਆ, ਉਹਨੂੰ ਖਮਾਜਾ ਭੁਗਤਣਾ ਪੈਂਦਾ ਆ। ਹਾਲੇਲੂਇਆ। ਪ੍ਰਭੂ ਦਾ ਧੰਨਵਾਦ ਹੋਵੇ। ਨਬੀ ਨੇ ਕਿਹਾ ਜਦੋਂ ਕੋਈ ਲਾਲ ਲਕੀਰ ਲੋਟ ਕਰਦਾ ਆ, ਉਹਦਾ ਚਲਾਨ ਉਹਨੂੰ ਭੁਗਤਣਾ ਪੈਂਦਾ ਆ, ਔਰ ਇਹਨੇ ਉਸ ਚੀਜ਼ ਨੂੰ ਭੁਗਤਿਆ, ਲੇਕਿਨ ਫਿਰ ਵੀ ਖੁਦਾ ਨੇ ਇਹਨੂੰ ਨਹੀਂ ਛੱਡਿਆ। ਇਹਦੇ ਅੰਦਰ ਉਹ ਚੀਜ਼ ਫਿਰ ਸੀਗੀ, ਇਹਨੇ ਜਾਗੀ। ਇਹ ਆਪਣੇ ਦੇਸ਼ ਨੂੰ ਸਮਾਨ ਸਮੂਨ ਬੰਨਿਆ, ਆਪਣੀਆਂ ਨੂੰਹਾਂ ਨੂੰ ਨਾਲ ਲਿਆ, ਕਹਿੰਦੀ ਚਲੋ। ਹਾਲੇਲੂਇਆ। ਲੇਕਿਨ ਉਹ ਜਾਣਦੀ ਸੀਗੀ ਵੀ ਕਿਹੜਾ ਪ੍ਰਭਾਵ, ਮੇਰਾ ਜਿਹੜਾ ਪ੍ਰਭਾਵ ਹੈ ਪਰਮੇਸ਼ਵਰ ਦੇ ਵਚਨ ਦਾ ਪ੍ਰਭਾਵ ਹੈ, ਇਸਰਾਇਲ ਦਾ ਪ੍ਰਭਾਵ ਦੋਨਾਂ 'ਚ ਕਿਹਦੇ ਉੱਤੇ ਆ? ਹਾਲੇਲੂਇਆ। ਅੱਗੇ ਉਹਨਾਂ ਦੇ ਉੱਤੇ ਉਹਨੇ ਛੱਡ ਦਿੱਤਾ, ਕਿਉਂਕਿ ਇੱਕ ਤਾਂ ਰਿਜ਼ਲਟ ਜ਼ਰੂਰ ਨਿਕਲਦਾ ਆ। ਖਿਆਲ ਰੱਖਿਓ ਮੇਰੀ ਗੱਲ ਦਾ, ਇਹ ਤੁਹਾਡਾ ਪਰਿਵਾਰ, ਤੁਹਾਡੇ ਆਪਣਾ ਰਿਜ਼ਲਟ ਜ਼ਰੂਰ ਨਿਕਲਣਾ ਆ। ਤੁਸੀਂ ਕਿੱਥੇ ਖੜੇ ਹੋ, ਤੁਹਾਡਾ ਪਰਿਵਾਰ ਕਿੱਥੇ ਖੜਾ ਆ, ਇਹ ਆਪੇ ਪਤਾ ਲੱਗ ਜਾਣਾ। ਹਾਲੇਲੂਇਆ। ਹਰ ਬੰਦੇ ਦਾ ਆਪਣੇ ਆਪ ਪਤਾ ਲੱਗਣਾ ਕਿੱਥੇ ਕਿੱਥੇ ਕੋਈ ਖੜਾ ਆ, ਕਿ ਸੱਚਾਈ ਹੈ ਗੱਲ ਦੀ। ਹਾਲੇਲੂਇਆ। ਪ੍ਰਭੂ ਦਾ ਧੰਨਵਾਦ ਹੋਵੇ, ਕਿਉਂਕਿ ਖੁਦਾ ਦਾ ਜਿਹੜਾ ਵਚਨ ਉਹ ਪੱਖਪਾਤ ਨਹੀਂ ਕਰਦਾ। ਆਮੇਨ। ਹਾਲੇਲੂਇਆ। ਪ੍ਰਭੂ ਦਾ ਨਾਮ ਮੁਬਾਰਕ ਹੋਵੇ। ਆਓ ਮੈਂ ਪੜ੍ਹਦਾ ਰੂਥ ਦੀ ਪੁਸਤਕ, ਉਹਦੀ ਇੱਕ ਸਮੇਂ ਨੂੰ ਬਚਾਉਣ ਲੱਗੇ 7 ਤੋਂ ਪੜਾਂਗੇ ਭਾਜੀ। ਹਾਲੇਲੂਇਆ। ਸੋ ਉਸ ਥਾਂ ਤੋਂ ਜਿੱਥੇ ਉਹ ਹੈ ਸੀ, ਆਪਣੀਆਂ ਦੋਹਾਂ ਨੂੰਹਾਂ ਸਣੇ ਤੁਰ ਪਈ ਅਤੇ ਯਹੂਦਾ ਦੇ ਦੇਸ਼ ਨੂੰ ਮੁੜ ਜਾਣ ਲਈ ਪੈਂਡਾ ਕੀਤਾ। ਆਮੇਨ ਜੀ। ਤੁਰ ਪਈ ਹੁਣ ਆਪਣੇ ਖੁਦਾ ਦੇ ਘਰ ਨੂੰ, ਜਿੱਥੇ ਰੋਟੀ ਦਾ ਘਰ ਹੈ। ਹਾਲੇਲੂਇਆ। ਔਰ ਮੈਂ ਸਮਝਦਾ ਹਾਂ ਉਹ ਬੰਦਾ ਬਹੁਤ ਭਾਗਾਂ ਵਾਲਾ ਹੈ ਜਿਹੜਾ ਜਨਮ ਰੋਟੀ ਦੇ ਘਰ 'ਚ ਹੋਇਆ ਹੈ। ਔਰ ਤੁਸੀਂ ਇੱਥੇ ਬੈਠੇ ਹੋ, ਤੁਹਾਡੇ ਬੱਚਿਆਂ ਦਾ ਜਿਹੜਾ ਜਨਮ ਹੈ ਉਹ ਰੋਟੀ ਦੇ ਘਰ ਦੇ ਵਿੱਚ ਹੋਇਆ ਹੈ। ਕਿੰਨੇ ਲੋਕ ਇੱਥੇ ਬੈਠੇ ਜਿਨ੍ਹਾਂ ਦਾ ਘਰ ਰੋਟੀ ਦੇ ਘਰ 'ਚ ਹੋਇਆ ਹੈ? ਹਾਲੇਲੂਇਆ। ਖੁਦਾ ਦਾ ਨਾਮ ਮੁਬਾਰਕ ਹੋਵੇ। ਪ੍ਰਭੂ ਦਾ ਧੰਨਵਾਦ ਹੋਵੇ। ਔਰ ਉਹਨੇ ਹੁਣ ਡਿਸੀਜਨ ਲਿਆ ਵੀ ਮੈਂ ਖੁਦਾ ਦੇ ਘਰ ਨੂੰ ਵਾਪਸ ਜਾਣਾ। ਤੇ ਮੈਂ ਕਹਿੰਦਾ ਪ੍ਰਭੂ ਦਾ ਧੰਨਵਾਦ, ਕਿਉਂਕਿ ਉਹਦੇ ਅੰਦਰ ਸੀਗਾ। ਨਹੀਂ ਤਾਂ ਉਹਨੇ ਕਹਿਣਾ ਕੋਈ ਨਹੀਂ, ਮੇਰਾ ਪਤੀ ਵੀ ਮਰ ਗਿਆ, ਮੇਰੇ ਬੱਚੇ ਵੀ ਮਰ ਗਏ ਆ, ਅਸੀਂ ਵੀ ਇੱਥੇ ਹੀ ਮਰ ਜਾਣਾ। ਸ਼ਰਮ ਦੇ ਮਾਰੇ ਜਾਣਾ ਹੀ ਨਹੀਂ ਉੱਥੇ। ਲੋਕੀ ਕਹਿਣਗੇ ਸਭ ਕੁਝ ਤਬਾਹ ਕਰਕੇ ਆ ਗਈਆਂ। ਉਹਨੇ ਦੁਨੀਆ ਦੀ ਨਹੀਂ ਸੁਣੀ, ਉਹਨੇ ਡਿਸੀਜਨ ਲਿਆ ਵੀ ਮੈਂ ਆਪਣੇ ਬੈਤਲਹਮ ਖੁਦਾ ਦੇ ਘਰ, ਜਿੱਥੇ ਰੋਟੀ ਹੈ, ਗਲਤੀ ਹੋ ਗਈ ਮੇਰੇ ਕੋ, ਲੇਕਿन मैं हूँ पश्चाताप जीवे जी हैगा या। हालेलुया। क्यों कह रहा मैं गल्ला समझ आ रही? क्योंकि ਉਹਦੇ ਉੱਤੇ ਵਚਨ ਦਾ ਪ੍ਰਭਾਵ ਸੀਗਾ। ਤੁਸੀਂ ਜਿੱਥੇ ਮਰਜ਼ੀ ਹੋਵੋ, ਲੇਕਿਨ ਜੇ ਤੁਹਾਡੇ ਅੰਦਰ ਵਚਨ ਦਾ ਪ੍ਰਭਾਵ ਹੈ, ਖੁਦਾ ਨੇ ਤੁਹਾਨੂੰ ਉੱਥੋਂ ਹੀ ਖਿੱਚ ਲੈਣਾ ਆ। ਪਰ ਜੇ ਸਰੀਰ ਦਾ ਪ੍ਰਭਾਵ ਆ, ਫਿਰ ਨਹੀਂ ਤੁਸੀਂ ਖਿੱਚੇ ਜਾ ਸਕਦੇ।
खुदा के घर च नहीं आ सकते। लेकिन जो वचन का प्रभाव है, हालेलुया, कोई किसी को प्रभु यीशु तक नहीं लिया सकता उसकी योजना तो बिना। हालेलुया, प्रभु का धन्यवाद हो। हाँ जी, पढ़ो अगे भाई जी, थोड़ा जिहा अगे। नयोमी ने अपनी दोहां नूं आख्या, तुसीं दोनों अपने अपने मापियां दे जाओ। जे तुसां मेरे मृतकां नाल अते मेरे नाल दया कीती है, हाँ, यही यहोवा तुहाडे उत्ते दया करे। उन्हें कहा तुसीं दोनों जने अपने अपने घरां नूं जाओ, जिद्दां तुसीं साडे नाल वधिया सलूक कीता है, मेरे नाल कीता है, वधिया रहियां आ, यहोवा तुहाडे नाल सदा ही इदां ही वधिया करे कि तुसीं अपने अपने घरां नूं जाओ। हाँ जी, अगे बढ़ो। यहोवा जिहा करे जो तुसीं आपो अपने पतियां दे घर विच सुख पाओ। हाँ, तद उसने उन्हां नूं चुम्मिया अते ਉਹ ਉੱਚੀ ਆਵਾਜ਼ ਨਾਲ ਰੋਈਆਂ। ਫਿਰ ਉਹਨਾਂ ਨੇ ਉਹਨੂੰ ਆਖਿਆ, ਸੱਚਮੁੱਚ ਅਸੀਂ ਤੇਰੇ ਨਾਲ ਤੇਰੇ ਲੋਕਾਂ ਵਿੱਚ ਜਾਵਾਂਗੀਆਂ। उन्हें कहा असी सचमुच असी तेरे नाल तेरे लोकां दे विच जावांगे। हाँ जी, ਅੱਗੋਂ ਨਯੋਮੀ ਨੇ ਆਖਿਆ, हे ਮੇਰੀ ਧੀਓ ਮੁੜ ਜਾਓ। उन्हें कहा मेरी धीओ तुसी मुड़ जाओ, पता नहीं मेरा की होना आ, उत्थे जाके मेरा की होना आ, किद्दां सिस्टम बनना। उन्हें सारा कुछ वार्तावा किया, उन्होंने कहती तुसी मुड़ जाओ और तुसी वधिया जाके अपने लिए पति करो, अपना जीवन सुख शांति नाल वधिया गुजारो। हालेलुया। हाँ जी, पढ़ोगे। ਮੇਰੇ ਨਾਲ ਕਾਹਨੂੰ ਤੋਰਦੀਆਂ ਹੋ, ਭਲਾ ਮੇਰੀ ਕੁੱਖ ਵਿੱਚ ਕੋਈ ਹੋਰ ਪੁੱਤਰ ਨਹੀਂ ਪੁੱਤਰ ਹਨ जो तुहाडे ਤੁਹਾਡੇ ਪਤੀ ਬਣ। हाँ जी, हे मेरी ਧੀਓ ਮੁੜ ਜਾਓ, ਤੁਰ ਜਾਓ, ਕਿਉਂ ਜੋ ਮੈਂ ਵੱਡੀ ਬੁੱਢੀ ਹਾਂ ਅਤੇ ਪਤੀ ਕਰਨ ਯੋਗ ਨਹੀਂ। ਜੋ ਮੈਂ ਕਹਾਂ ਭਾਈ, ਮੈਨੂੰ ਆਸ਼ਾ ਹੈ ਜੋ ਅੱਜ ਵੀ ਰਾਤੀ हाँ, ਮੇਰਾ ਪਤੀ ਹੁੰਦਾ। उन्हें सब कुछ अपना वार्ता अपनी सारी सिस्टम ਨੂੰ ਉਹਨੂੰ ਦੱਸਿਆ ਵੀ ਮੇਰੇ मैं ਹੁਣ ਬੁੱਢੀ ਹੋ ਚੁੱਕੀ ਹਾਂ, मैं ਪੁੱਤਰ नहीं जान सकती जिस नाल ਤੁਸੀਂ ਅੱਗੇ ਜੀਵਨ ਬਤੀਤ ਕਰ ਸਕੋ। ਸਭ ਕੁਝ ਉਹਦਾ ਕਲੀਅਰ ਕੀਤਾ। ਉਹਦਾ ਕਹਿਣ ਦਾ ਮਤਲਬ ਸੀ ਵੀ ਤੁਸੀਂ ਹੁਣ ਆਪਣੇ ਘਰਾਂ ਨੂੰ ਵਾਪਸ ਜਾਓ, ਆਪਣਾ ਜੀਵਨ ਵਧੀਆ ਗੁਜ਼ਾਰੋ, ਸਭ ਕੁਝ ਇਸੇ ਤਰ੍ਹਾਂ ਕਰੋ। ਇੱਦਾਂ ਦਾ ਉਹਨੇ ਸਵਾਲ ਉਹਦੇ ਮੂਹਰੇ ਰੱਖਣੇ ਸ਼ੁਰੂ ਕਰ ਦਿੱਤੇ। ਲੇਕਿਨ ਜਦੋਂ ਉਹਦਾ ਮੂਹਰੇ ਸਵਾਲ ਰੱਖੇ, ਹੁਣ ਇੱਕ ਸਰੀਰ ਸੀਗਾ ਵਿੱਚ, ਜਿਹੜਾ ਸਰੀਰ ਸੀਗਾ ਉਹ ਆਰਪਾ ਸੀਗੀ। ਉਹਨੇ ਕਿਹਾ ਜਿਹੜੀ ਮਾਈ ਹੈ ਇਹ ਸੱਚ ਕਹਿ ਰਹੀ ਹੈ, ਜਿਹੜੀ माँ साड़ी मम्मी है जी नौमी ये सच फरमा रही है भी वाकई सही गल है। असीं तां हजे जीवन कटना आ, असीं साडा जीवन हजे शुरू, असीं तां जीवन कटना आ। ये तो बजुर्ग नहीं, उन्हें अपनी वार्ता दसी, ध्यान नाल सुनो, बाइबल नूं ध्यान नाल पढ़िया करो। उन्हें अपना जीवन दसिया भी मैं अपने चंगे दिन गुजार चुकी हाँ, मेरे च हुण क्षमता नहीं है, मैं बजुर्ग नहीं हो गई हाँ, मैं वो बच्चा पैदा नहीं कर सकती हाँ, तुसी जाओ अपने लिए पति करो। उन्हें स्पष्टीकरण विच उन्होंने दसना चाहया, लुको नहीं रखिया। हालेलुया। किसी भी तरह का उन्होंने जबरदस्ती नहीं की तुसी मेरे नाल चलो, नहीं, पर उन्होंने इन्ना को पता सीगा इन्हां दोनों दे विच एक दे उत्ते स्वर्गी प्रभाव है। क्यों गया ने? क्योंकि उन्हें पता सीगा भी खुदा का जिहड़ा रहम है वो इन्ना किसी ना किसी उत्ते हैगा, तां ही उन्हें गल्लां जिहड़ियां शब्द सीगे उन्हां मुरे रखे भी हुण मैं देखदी है की डिसीजन लैंदे, चेक किया। हालेलुया। कई बार इंसान को समझ नहीं होंगी, वो बंदा इन्ना शरीरक हो जाता है उन्होंने पता नहीं होंदा भी सेवक उन्होंने चेक कर रहे। हालेलुया। वो फस जाता, वो पैर फस जाती है। हालेलुया। क्योंकि चेक करना पैंदा ना। हालेलुया। कि इहदे ते गल्लां दा प्रभाव है, जे गल्लां दा प्रभाव है फिर जीवन नहीं तब्दील होया। जे होली स्पिरिट का प्रभाव है फिर जीवन तब्दील होएगा, फिर बदलेगा। कितने लोग समझ रहे? अज मसीह क्यों नहीं बदली? क्योंकि प्रभाव किहड़ा है? गलत,
ਗੱਲਾਂ ਦਾ ਪ੍ਰਭਾਵ ਹੈ, ਸਰੀਰਕ ਪ੍ਰਭਾਵ ਹੈ, ਜੀਵਨ ਦਾ ਨਹੀਂ। ਜਦੋਂ ਹੌਲੀ ਸਪਿਰਿਟ ਦਾ ਪ੍ਰਭਾਵ ਆਉਂਦਾ ਆ ਉਹ ਜੀਵਨ ਬਦਲਦਾ ਆ। ਜਿੱਦਾਂ ਭਾਈ ਕਿਹਾ ਯਿਸੂ ਮਸੀਹ ਕੋਲ, ਯਿਸੂ ਮਸੀਹ ਜਿਹੜੀਆਂ ਗੱਲਾਂ ਚੇਲਿਆਂ ਨੇ ਦੇਖੀਆਂ, ਜਿਹੜੀਆਂ ਗੱਲਾਂ ਚੇਲਿਆਂ ਨੇ ਦੇਖੀਆਂ, ਉਦੋਂ ਧਿਆਨ ਨਾਲ ਸੁਣੋ, ਜਦੋਂ ਉਹਨਾਂ ਨੇ ਗੱਲਾਂ ਨੂੰ ਦੇਖਿਆ, ਚੇਲਿਆਂ ਨੇ ਪਰਮੇਸ਼ਰ ਦੇ ਕੰਮਾਂ ਨੂੰ ਦੇਖਿਆ, ਉਹਨਾਂ ਨੇ ਉਹਦੀਆਂ ਗੱਲਾਂ ਦੇਖ ਕੇ ਉਹਨਾਂ ਨੇ ਵਿਸ਼ਵਾਸ ਕੀਤਾ ਸੀ। ਤਾਂ ਹੀ ਤਾਂ ਉਹਨੇ ਕਿਹਾ ਪ੍ਰਭੂ ਤੇਰੀਆਂ, ਕਿਉਂ ਗਿਆ ਉਹਨਾਂ ਨੇ, ਕਹਿੰਦੇ ਜੀਵਨ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ। ਉਹ ਗੱਲਾਂ ਹੀ ਸੁਣਦੇ ਸੀ, ਲੇਕਿਨ ਉਹ ਗੱਲਾਂ ਸਰੀਰਕ ਨਹੀਂ ਸੀਗੀਆਂ। ਕਦੀ ਧਿਆਨ ਸੁਣਿਆ ਤੁਸੀਂ ਅੱਜ ਤੱਕ? ਉਹ ਗੱਲਾਂ ਦੇ ਥੱਲੇ ਗੱਲਾਂ ਦਾ ਪ੍ਰਭਾਵ ਸੀਗਾ। ਉਹ ਚੇਲੇ ਉਸ ਪ੍ਰਭਾਵ ਦੇ ਥੱਲੇ ਸੀਗੇ। ਹਾਲੇਲੂਇਆ, ਸਮਝ ਆ ਰਹੇ? ਜੇ ਸਰੀਰਕ ਗੱਲਾਂ ਹੁੰਦੀਆਂ ਜਿੱਦਾਂ 70 ਉਹ ਭੱਜ ਗਏ, ਵੀ ਭੱਜ ਜਾਂਦੇ। ਇਹ ਤਾਂ ਹੀ ਨਹੀਂ ਭੱਜੇ, ਤਾਂ ਹੀ ਤਾਂ ਉਹਨੇ ਕਿਹਾ ਪ੍ਰਭੂ ਜੀਵਨ ਦੀਆਂ ਗੱਲਾਂ ਤੇਰੇ ਕੋਲ ਹਨ। ਹਾਲੇਲੂਇਆ। ਲੇਕਿਨ 70 ਜਿਹੜੇ ਸੀਗੇ ਉਹਨਾਂ ਨੇ ਸਮਝ ਹੀ ਨਹੀਂ ਆਈ। ਜੀਵਨ ਦੀਆਂ ਸਰੀਰਕ ਗੱਲਾਂ ਨਹੀਂ ਸੀ। ਹਾਲੇਲੂਇਆ, ਖੁਦਾ ਦਾ ਨਾਮ ਮੁਬਾਰਕ ਹੋਵੇ। ਹਾਂਜੀ ਪੜੋ ਭਾਈ ਜੀ ਅੱਗੇ। ਹਾਲੇਲੂਇਆ। ਸੋ ਥੋੜਾ ਥੱਲੇ ਆ ਜਾਓ, 15 ਤੇ ਪੜੋ। ਤਾਂ ਦੋ ਉਹ ਫੇਰ ਉੱਚੀ ਆਵਾਜ਼ ਕੱਢ ਕੇ ਰੋਈਆਂ ਅਤੇ ਆਰਪਾ ਨੇ ਆਪਣੀ ਸੱਸ ਨੂੰ ਚੁੰਮਿਆ, ਪਰ ਰੂਤ ਉਹਦੇ ਨਾਲ ਲੱਗੀ ਰਹੀ। ਆਰਪਾ ਨੇ ਸੱਸ ਨੂੰ ਚੁੰਮਿਆ, ਉਹ ਵਾਪਸ ਚਲੇ ਗਈ ਮੁਆਬ ਨੂੰ। ਉਹ ਜਿੱਥੋਂ ਆਈ ਸੀਗੀ ਉੱਥੇ ਚਲੇ ਗਈ। ਰੋ ਕੇ ਰੋਈਆਂ, ਕਿਉਂਕਿ ਨਾਲ ਸਰੀਰ ਸੀ ਨਾ, ਜਿਹੜਾ ਸਰੀਰ ਆ ਰੋਂਦਾ ਹੈ। ਫਟ ਸਰੀਰ ਜਿਹੜਾ ਆ ਉਹ ਸਰੀਰ ਨੂੰ ਦੇਖ ਕੇ ਰੋਂਦਾ। ਮੰਮੀ ਠੀਕ ਆ, ਪਤਾ ਨਹੀਂ ਆਪਾਂ ਮਿਲ ਲਾਂਗੇ ਅੱਗੇ, ਇੱਕ ਨਹੀਂ ਚੁੰਮ ਲਵਾਂ। ਹਾਲੇਲੂਇਆ। ਚੁੰਮਿਆ ਚੁੰਮਿਆ ਚੁੰਮਿਆ, ਮੰਮੀ ਪਤਾ ਨਹੀਂ ਅੱਗੇ ਤੇ ਨਾ ਮਿਲਣਾ ਕਿ ਨਹੀਂ ਮਿਲਣਾ, ਬਸ ਠੀਕ ਹੈ, ਜਿੰਨਾ ਤੇਰਾ ਸਾਥ ਮਿਲਣਾ ਸੀਗਾ ਨਿਭ ਗਿਆ। ਮੈਂ ਦੋਨਾਂ ਨੇ ਦੱਸਿਆ, ਪਰ ਸਿੱਖਿਆ ਦੋਨਾਂ ਦੀ ਇੱਕੋ ਹੀ ਆ। ਪਿਓਰ ਸਿੱਖਿਆ, ਪਿਓਰ ਇਸਰਾਇਲਾਂ ਦੀ ਸਿੱਖਿਆ ਸੀਗੀ। ਉਹਦਾ ਪਤੀ ਇਸਰਾਇਲ ਸੀਗਾ, ਬੱਚੇ ਇਸਰਾਇਲੀ ਸੀਗੇ। ਹਾਲੇਲੂਇਆ। ਲੇਕਿਨ ਉਹ ਜਿਹੜਾ ਉਹ ਬੀਜ ਨਹੀਂ ਸੀ। ਹੁਣ ਧਿਆਨ ਨਾਲ ਸੁਣੋ ਮੇਰੀ ਗੱਲ ਨੂੰ ਬਿਲਕੁਲ। ਕਈ ਵਾਰੀ ਕੀ ਹੁੰਦਾ, ਅਸੀਂ ਜ਼ਮੀਨ ਨੂੰ ਪਾਣੀ ਦਿੰਦੇ ਰਹਿੰਦੇ ਹਾਂ। ਜ਼ਮੀਨ ਨੂੰ ਪਾਣੀ ਦਿੰਦੇ ਰਹਿੰਦੇ ਆ, ਸਮਝ ਆ ਰਹੀ? ਉਹਨੂੰ ਖੁਰਾਕ ਦਿੰਦੇ ਰਹਿੰਦੇ ਆ, ਲੇਕਿਨ ਬੀਜ ਹੁੰਦਾ ਹੀ ਵਿੱਚ ਨਹੀਂ। ਉਹ ਬੀਜ ਹੋਊਗਾ ਤੇ ਉੱਗੂਗਾ। ਖਾਲੀ ਪਾਣੀ ਦੇਈ ਜਾਓ, ਖੁਰਾਕ ਦੇਈ ਜਾਓ। ਜੇ ਬੀਜ ਅੰਦਰ ਜ਼ਮੀਨ ਦੇ ਹੋਊਗਾ ਫੇਰ ਹੀ ਉੱਗੂਗਾ, ਫੇਰ ਵਬਾਊਗਾ, ਫੇਰ ਉਹ ਸਿਸਟਮ ਆਊਗਾ, ਫੇਰ ਅਸਲੀ ਰੂਪ ਲੈਗਾ। ਲੇਕਿਨ ਪਾਣੀ ਦੇਈ ਜਾਈਦਾ ਆ, ਸਭ ਕੁਝ ਦੇਈ ਜਾਈਦਾ ਆ, ਲੇਕਿਨ ਬੀਜ ਹੁੰਦਾ ਹੀ ਨਹੀਂ ਹੈ। ਹਾਲੇਲੂਇਆ। ਇਸੇ ਤਰ੍ਹਾਂ ਹੀ ਆਰਪਾ ਸੀ, ਇਹ ਨਾਲ ਹੀ ਸੀਗੀ। ਸਿੱਖਿਆ ਦੋਨਾਂ, ਪ੍ਰਭਾਵ ਦੋਨਾਂ ਦਾ, ਸਵਰਗੀ ਪ੍ਰਭਾਵ ਦੋਨਾਂ ਵਧੀਆ ਸੀਗਾ, ਉਹਦਾ ਸਿੱਖਿਆ ਵਧੀਆ ਸੀਗੀ ਦੋਨਾਂ ਦੇ। ਲੇਕਿਨ ਇੱਕ ਨੇ ਲੈ ਲਿਆ, ਇੱਕ ਨੇ ਸਰੀਰ ਵਾਲੇ ਸਰੀਰ ਨੂੰ ਹੋ ਗਏ, ਆਤਮਾ ਵਾਲੀ ਆਤਮਾ ਵੱਲ ਹੋ ਗਈ। ਹਾਲੇਲੂਇਆ। ਉਹਨੇ ਫੈਸਲਾ ਲਿਆ। ਫਿਰ ਰੂਥ ਨੇ ਅੱਜ ਪੜੋ ਕਿ ਥੋੜਾ ਜਿਹਾ ਹੋਰ। ਹਾਂਜੀ। ਤਾਂ ਉਹ ਬੋਲੀ, ਵੇਖ ਤੇਰੀ ਜਠਾਣੀ ਆਪਣੇ ਟੱਬਰ ਅਤੇ ਦੇਵਤਿਆਂ ਵੱਲ ਮੁੜ ਗਈ ਹੈ ਜੀ, ਤੂੰ ਵੀ ਆਪਣੀ ਜਠਾਣੀ ਦੇ ਮਗਰ ਮੁੜ ਜਾ। ਕਹਿੰਦੀ ਉਹ ਦੇਖ ਆਪਣੇ ਦੇਵਤਿਆਂ ਨੂੰ ਚਲੇ ਗਈ ਆ। ਉਹ ਵੀ ਕਹਿੰਦੀ ਵੀ ਤੂੰ ਵੀ ਜਾ ਹੁਣ। ਉਹ ਕਹਿੰਦੀ ਦੇਖੋ ਬਾਈਬਲ ਕਹਿੰਦੀ ਉਹ ਆਪਣੇ ਦੇਵਤਿਆਂ ਚਲੇ ਗਈ ਸਿੱਧੀ। ਫਿਰ ਉਸ ਸਥਾਨ ਦੇ ਉੱਤੇ ਚਲੇ ਗਈ ਆ, ਵਾਪਸ ਮੁੜ ਗਈ ਆ, ਤੇ ਤੂੰ ਵੀ ਜਾ। ਹਾਲੇਲੂਇਆ। ਹਾਂਜੀ ਅੱਗੇ ਪੜੋ। ਪਰ ਰੂਥ ਬੋਲੀ, ਮੇਰੇ ਅੱਗੇ ਤਰਲੇ ਨਾ ਪਾ। ਰੂਥ ਨੇ ਕਿਹਾ, ਮਾਂ ਮੇਰੇ ਅੱਗੇ ਹੁਣ ਤਰਲੇ ਨਾ ਪਾ, ਮੈਂ ਸਭ ਸਮਝ ਗਈ ਆ। ਹਾਲੇਲੂਇਆ। ਉਹਨੇ ਕਿਹਾ ਮੇਰੇ ਅੱਗੇ ਹੁਣ ਤਰਲੇ ਨਾ ਪਾ। ਹਾਂਜੀ।
ਤਰਲੇ ਨਾ ਪਾ ਜੋ ਮੈਂ ਤੈਨੂੰ ਕੱਲਿਆਂ ਛੱਡਾਂ ਤੇ ਮਗਰੋਂ ਮੁੜਾਂ। ਹਾਂ। ਕਿਉਂ ਜੋ ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ। ਉਹਨੇ ਕਿਹਾ ਬਸ ਉਹ ਅੱਗੋਂ ਗੱਲ ਨਹੀਂ ਕਰਨੀ, ਹੁਣ ਮੇਰਾ ਡਿਸੀਜਨ ਸੁਣ। ਹੁਣ ਡਿਸੀਜਨ ਲੈ ਰਹੀ ਉਹ, ਕਿਉਂਕਿ ਉਹ ਨਹੀਂ ਸੀ ਲੈ ਰਹੀ, ਕੋਈ ਚੀਜ਼ ਸੀਗੀ ਜਿਹੜਾ ਤੈਨੂੰ ਡਿਸੀਜਨ ਦਵਾਉਂਦੀ ਆ। ਉਹ ਹੈ ਹੋਲੀ ਸਪਿਰਿਟ, ਉਹ ਵਾਤਾਵਰਣ ਬਣਿਆ। ਨਬੀ ਨੇ ਕਿਹਾ ਪਵਿੱਤਰ ਆਤਮਾ ਨੇ ਵਾਤਾਵਰਣ ਬਣਾਇਆ, ਉਹ ਪ੍ਰਭਾਵ ਬਣਾਇਆ। ਹਾਲੇਲੂਇਆ, ਉਹ ਪ੍ਰਭਾਵ ਬਣਾਇਆ ਖੁਦਾ ਨੇ ਉਸ ਥਾਂ ਦੇ ਉੱਤੇ। ਹਾਲੇਲੂਇਆ, ਖੁਦਾ ਦਾ ਨਾਮ ਮੁਬਾਰਕ ਹੋਵੇ। ਉਹ ਨਹੀਂ ਸੀ ਕਰ ਸਕਦੀ, ਲੇਕਿਨ ਜਿਹੜਾ ਸੁਣ ਰਹੀ ਸੀਗੀ ਉਹਨੇ ਅੰਦਰ ਪਕੜ ਬਣਾ ਲਈ ਸੀਗੀ, ਉਹਨੇ ਤੇ ਸਵਰਗੀ ਪ੍ਰਭਾਵ ਪੈ ਚੁੱਕਾ ਸੀਗਾ। ਹਾਲੇਲੂਇਆ, ਹੋਲੀ ਸਪਿਰਿਟ ਨੇ ਉੱਥੇ ਆਪਣਾ ਵਾਤਾਵਰਣ ਬਣਾਇਆ। ਹਾਲੇਲੂਇਆ, ਖੁਦਾ ਦਾ ਨਾਮ ਮੁਬਾਰਕ ਹੋਵੇ। ਪਤਾ ਕਿੱਥੇ ਉਹਨੂੰ ਪਤਾ ਮੈਂ ਕਿੱਥੇ ਜਾ ਰਹੀ ਹਾਂ, ਕਿ ਇੱਥੇ ਰੂਥ ਬੈਠੀਆਂ ਨਹੀਂ ਆ ਜਿਨ੍ਹਾਂ ਨੂੰ ਪਤਾ ਸੀ ਕਿੱਥੇ ਜਾ ਰਹੀਆਂ ਆ, ਬੁਆਜ ਦੇ ਕੋਲ ਜਾ ਰਹੀਆਂ ਆ। ਹਾਲੇਲੂਇਆ, ਉਹ ਰੂਥ ਕਹਿੰਦੀ ਜਿਹਨੂੰ ਪਤਾ ਹੀ ਨਹੀਂ ਬੁਆਜ ਕੋਲ ਜਾਂਦਾ। ਹਾਲੇਲੂਇਆ, ਖੁਦਾ ਦਾ ਨਾਮ ਮੁਬਾਰਕ ਹੋਵੇ। ਪ੍ਰਭੂ ਦਾ ਧੰਨਵਾਦ। ਹਾਲੇਲੂਇਆ, ਧੰਨਵਾਦ ਪ੍ਰਭੂ ਦਾ। ਆਮੀਨ, ਹਾਲੇਲੂਇਆ। ਸਵਰਗੀ ਪ੍ਰਭਾਵ ਕੀ ਕਰਦਾ ਆ, ਔਰ ਸਰੀਰਕ ਪ੍ਰਭਾਵ ਕੀ ਕਰਦਾ ਆ। ਹਾਲੇਲੂਇਆ, ਸਵਰਗੀ ਪ੍ਰਭਾਵ ਸਰੀਰਕ ਪ੍ਰਭਾਵ ਚ ਜ਼ਮੀਨ ਆਸਮਾਨ ਦਾ। ਹਾਲੇਲੂਇਆ, ਤੁਹਾਡੇ ਸਾਹਮਣੇ ਮੈਂ ਤਾਂ ਦੋਨੇ ਦਿਖਾਤੀ हैं ਤਾਂ ਕਿ ਜੋੜੀ ਦਿਖਾਈ ਹੈ ਪਤਾ ਲੱਗੇ। ਹਾਲੇਲੂਇਆ, ਤੁਸੀਂ ਸਮਝਦੇ ਕਿ ਭਾਈ ਜੀ ਪਰਿਵਾਰਕ ਗੱਲ ਹੀ, ਮੈਂ ਪਰਿਵਾਰ ਦਾ ਹੀ ਵਿਸ਼ਾ ਚੱਕਿਆ। ਤੁਹਾਡੇ ਪਰਿਵਾਰ 'ਚ ਇਹੋ ਜਿਹੇ ਲੋਕ ਹਨ ਜਿਹੜੇ ਸਰੀਰਕ ਹਨ, ਜੇ ਤੁਸੀਂ ਉਹਨਾਂ ਵੱਲ ਦੇਖੋਗੇ ਉਹ ਆਰਪਾ ਹਨ, ਉਹ ਆਰਪਾ ਹਨ। ਹਾਲੇਲੂਇਆ, ਕਈ ਲੋਕ ਸੋਚਦੇ ਆ ਅਸੀਂ ਜਾਣਦੇ ਆ ਸਾਨੂੰ ਕੀ ਮਿਲਿਆ। ਇਹ ਕਈ ਲੋਕਾਂ ਨੇ ਬਹੁਤ ਕਈ ਜੀਵਨ ਦੇ ਵਿੱਚ ਹੁੰਦੇ ਕੁਐਸਚਨ, ਸਾਡੇ ਕੋਲ ਕੁਛ ਨਹੀਂ, ਸਾਨੂੰ ਕੀ ਮਿਲਿਆ। ਖੁਦਾ ਦੇ ਘਰ 'ਚ ਕੀ ਲੈਣ ਕੋਈ ਆਉਂਦਾ। ਖੁਦਾ ਦੇ ਘਰ ਦੇ ਵਿੱਚ ਹਰ ਬੰਦਾ ਉਧਾਰ ਪਾਉਣ ਲਈ ਆਉਂਦਾ, ਜੀਵਨ ਦੀਆਂ ਗੱਲਾਂ ਲੈਣ ਲਈ ਆਉਂਦਾ। ਯਿਸੂ ਜੀ ਨੇ ਕਿਸੇ ਨੂੰ ਕਦੀ ਕੋਠੀ ਨਹੀਂ ਦਿੱਤੀ। ਯਿਸੂ ਜੀ ਨੇ ਨਵੇਂ ਨੇਮ 'ਚ ਮੇਰਾ ਖਿਆਲ ਕਿਸੇ ਨੂੰ ਸਾਈਕਲ ਵੀ ਨਹੀਂ ਦਿੱਤੀ ਹੈ। ਭਾਈ ਜੀ ਕਹਿੰਦੇ ਛੱਡਣ ਨੂੰ ਗਿਆ ਉਹਨੇ ਕਿਹਾ ਆਪਣੀ ਸਲੀਵ ਚੁੱਕ ਮੇਰੇ ਪਿੱਛੇ ਹੋ। ਅੱਜ ਲੋਕੀ ਕਿਉਂਕਿ ਲੂਤੀਆਂ ਨੇ ਸਵਰਗੀ ਪ੍ਰਭਾਵ ਛਡਾ ਕੇ ਸਰੀਰ ਦਾ ਪ੍ਰਭਾਵ ਪਵਾਤਾ, ਵਚਨ ਦਾ ਪ੍ਰਭਾਵ ਛੱਡ ਕੇ ਸਰੀਰ ਦੇ ਪ੍ਰਭਾਵ 'ਚ ਚਲੇ ਗਏ ਲੋਕ। ਹਾਲੇਲੂਇਆ, ਕਿਸੇ ਦੇਖੋ ਜਦੋਂ ਤੁਸੀਂ ਪ੍ਰੇਰਿਤਾਂ ਦੀ ਪੁਸਤਕ ਪੜ੍ਹਦੇ ਹੋ 3 ਅਧਿਆਏ ਦੇ ਵਿੱਚ ਚੈਪਟਰ, ਜਦੋਂ ਹੌਲੀ ਸਪਿਰਿਟ ਉਤਰਿਆ, ਜਦੋਂ ਖੁਦਾ ਦੇ ਲੋਕ ਰੂਹ ਨਾਲ ਭਰ ਕੇ ਜਦੋਂ ਲੰਗੜੇ ਨੂੰ ਚੰਗਾ ਕੀਤਾ, ਜਦੋਂ ਉਹਨੇ ਪ੍ਰੇਰਿਤਾਂ ਵੱਲ ਦੇਖਿਆ, ਪਤਰਸ ਤੇ ਯੂਹੰਨਾ ਵੱਲ ਦੇਖਿਆ, ਉਹਨੇ ਕਿਹਾ ਵੀ ਅੱਜ ਕੱਪੜੇ ਕੁਪੜੇ ਵਧੀਆ ਪਾਏ ਆ, ਮਾਲ ਮੈਨੂੰ ਚੰਗਾ ਮਿਲੂਗਾ, ਵਧੀਆ ਮੈਨੂੰ ਕਾਰ ਵਧੀਆ ਤੇਰਾ ਸੋਨਾ ਸੁਣਾ ਦੇਣਗੇ, ਹੈ ਨਾ। ਉਹਨੇ ਕਿਹਾ ਕੀ ਦੇਖਦਾ। ਜਦੋਂ ਨੰਗੇ ਉਹ ਬੜੇ ਗੌਰ ਨਾਲ ਦੇਖ ਰਿਹਾ ਸੀ, ਯਾਰ ਕੱਪੜੇ ਕੁਪੜੇ ਬੜੇ ਵਧੀਆ ਪਾਏ ਆ, ਇਹ ਅੱਜ ਮੈਨੂੰ ਕੁਛ ਨਾ ਕੁਛ ਦੇਣਗੇ। ਹਾਲੇ ਕਿਉਂਕਿ ਭਿਖਾਰੀ ਦਾ ਕੰਮ ਕੀ ਹੁੰਦਾ, ਮੰਗਣਾ। ਭਿਖਾਰੀ ਦਾ ਕੰਮ ਹੁੰਦਾ ਮੰਗਣਾ। ਉਹ ਮੰਗ ਰਹੇ ਸੀ ਵੀ ਵਧੀਆ ਕੋਈ ਚੀਜ਼ ਦੇਣਗੇ ਮੈਨੂੰ, ਖੁਦਾ ਦਾ ਧੰਨਵਾਦ ਹੋਵੇ, ਵਧੀਆ ਚੀਜ਼ ਦੇਊਗੇ। ਲੇਕਿਨ ਉਹਨਾਂ ਨੇ ਕਿਹਾ ਜੋ ਤੂੰ ਸਾਡੇ ਕੋਲ ਦੇਖਦਾ ਸਾਡੇ ਕੋਲ ਕੁਛ ਨਹੀਂ ਹੈ, ਸੋਨਾ ਚਾਂਦੀ ਸਾਡੇ ਕੋਲ ਨਹੀਂ ਹੈ, ਪਰ ਜੋ ਸਾਡੇ ਕੋਲ ਹੈ ਉਹ ਤੈਨੂੰ ਦਿੰਦੇ ਆ। ਯਿਸੂ ਮਸੀਹ ਦੇ ਨਾਮ 'ਚ ਉੱਠ ਤੇ ਚੱਲ ਫਿਰ। ਉਹ ਲੰਗੜਾ ਉੱਠ ਕੇ ਚੱਲਣ ਫਿਰਨ ਲੱਗ ਗਿਆ। ਹਾਲੇਲੂਇਆ, ਅੱਜ ਲੋਕ ਸੋਨਾ ਚਾਂਦੀ ਭਾਲਦੇ ਆ,
ਜੇ ਮੈਂ ਤੁਹਾਨੂੰ ਸਲੀਅਤ ਦੱਸਾਂ, ਜਿਹੜਾ ਸੋਨਾ ਚਾਂਦੀ ਭਾਲਦਾ ਆ ਉਹਦੇ 'ਚ ਉਹੀ ਆਤਮਾ ਆ ਜਿਹਨੇ ਯਿਸੂ ਮਸੀਹ ਦੀ ਝੂਠੀ ਖਬਰ ਫੈਲਾਈ ਸੀਗੀ। ਜਿਹਨੇ ਝੂਠੀ ਖਬਰ ਕੀ ਆ, ਉਹ ਸਿਪਾਹੀਆਂ ਨੇ ਕੀ ਖਬਰ ਫੈਲਾਈ ਸੀ? ਉਹਨੇ ਕਿਹਾ ਸੀ ਜੋ ਚੇਲੇ ਚਰਾ ਕੇ ਉਹਨੂੰ ਲੈ ਗਏ ਆ, ਉਹ ਕਹਿੰਦੇ ਉਹਨਾਂ ਦਾ ਪੈਸੇ ਨਾਲ ਮੂੰਹ ਬੰਦ ਕਰਤਾ ਸੀ। ਹਾਲੇਲੂਇਆ। ਇਸੇ ਕਰਕੇ ਅੱਜ ਜਿੰਨੇ ਵੀ ਮਸੀਹਤ ਹੈ, ਪੈਸੇ ਨਾਲ ਉਹਨਾਂ ਦਾ ਮੂੰਹ ਜਿਹੜਾ ਆ ਉਹ ਲੂਤੀਆਂ ਨਾਲ ਉਹਨਾਂ ਦਾ ਮੂੰਹ ਬੰਦ ਕਰ ਦਿੱਤਾ ਗਿਆ। ਹਾਲੇਲੂਇਆ। ਤਾਂ ਕਿ ਲੋਕਾਂ ਨੂੰ ਸਰੀਰ ਦੀਆਂ ਗੱਲਾਂ ਚਾਹੀਦੀਆਂ ਹਨ, ਸਰੀਰ ਦੀਆਂ ਗੱਲਾਂ ਮਿਲਦੀਆਂ, ਪਰ ਵਚਨ ਦੀਆਂ ਗੱਲਾਂ ਜਿਹੜੀਆਂ ਹਨ ਉਹ ਕਿਸੇ ਕਿਸੇ ਕੋਲ ਆ। ਖੁਦਾ ਦੇ ਬਹੁਤ ਘੱਟ ਜਨ ਹਨ ਜਿਨ੍ਹਾਂ ਕੋਲ ਗੱਲਾਂ ਹਨ। ਖੁਦਾ ਦਾ ਧੰਨਵਾਦ ਹੋਵੇ, ਪ੍ਰਭੂ ਦਾ ਨਾਮ ਮੁਬਾਰਕ ਹੋਵੇ। ਹੁਣ ਉਹ ਅੱਗੇ ਪੜ੍ਹ ਰਹੀ ਆ, ਮੈਂ ਉੱਥੇ ਹੀ ਜਾਵਾਂਗੀ ਔਰ ਜਿੱਥੇ ਤੂੰ ਰਹੇਂਗੀ ਉੱਥੇ ਮੈਂ ਰਹੂੰਗੀ। ਉਹਨੇ ਕਿਹਾ ਤੇਰਾ ਪਰਮੇਸ਼ਵਰ ਮੇਰਾ ਪਰਮੇਸ਼ਵਰ। ਜਿੱਥੇ ਤੂੰ ਦਫਨ ਹੋਏਗੀ ਉੱਥੇ ਮੈਂ ਦਫਨ ਹੋਵਾਂਗਾ। ਜੋ ਤੂੰ ਖਾਏਗੀ ਉਹ ਮੈਂ ਖਾਵਾਂਗੀ। ਉਹਨੇ ਡਿਸੀਜਨ ਲੈ ਲਿਆ। ਹਾਲੇਲੂਇਆ। ਕਿਉਂ ਡਿਸੀਜਨ ਲਿਆ? ਕਿਉਂਕਿ ਉਹਨੂੰ ਪਤਾ ਆ ਇੱਕ ਦਿਨ ਮੇਰਾ ਪਤੀ ਮਰ ਗਿਆ ਆ, ਮੈਂ ਵੀ ਇੱਕ ਦਿਨ ਚਲੀ ਜਾਣਾ ਆ, ਪਰ ਮੈਂ ਇੱਕ ਦਿਨ ਜਾਊਂਗੀ ਤੇ ਯਹੋਵਾ ਕੋਲ ਜਾਊਂਗੀ। ਹਾਲੇਲੂਇਆ। ਕੋਈ ਚੀਜ਼ ਸੀਗੀ ਜਿਹੜੀ ਉਹਨੂੰ ਅੰਦਰੋਂ ਕਾਇਲ ਕਰ ਰਹੀ ਸੀਗੀ, ਉਹ ਪ੍ਰਭਾਵ ਜਿਹੜਾ ਉਹਨੂੰ ਕਾਇਲ ਕਰ ਰਿਹਾ ਸੀਗਾ। ਹਾਲੇਲੂਇਆ। ਉਹ ਚੀਜ਼ ਨਹੀਂ ਭੁੱਲੀ ਸੀ। ਉਹ ਪਤੀ ਭਾਵੇਂ ਉਹਦਾ ਮਰ ਗਿਆ ਰੂਥ ਦਾ, ਪਰ ਸਵਰਗੀ ਪ੍ਰਭਾਵ ਉਹ ਤੋਂ ਨੱਥਿਆ ਨਹੀਂ ਕਦੀ ਵੀ। ਹਾਲੇਲੂਇਆ। ਖੁਦਾ ਦਾ ਨਾਮ ਮੁਬਾਰਕ ਹੋਵੇ। ਆਓ ਸਿਰਫ ਥੋੜਾ ਯੂਹੰਨਾ ਦੀ ਇੰਜੀਲ ਬਸ ਥੋੜਾ ਜਿਹਾ ਇੱਥੇ ਬਸ ਸਮਾਂ ਦਿਓ 10 ਮਿੰਟ ਦਾ, ਬਾਕੀ ਫਿਰ ਉਹਨਾਂ ਨੇ ਫਿਲਿਪੁਸ ਨੇ ਜਾ ਕੇ ਮੀਟਿੰਗ ਕੀਤੀ ਜਾ ਕੇ। ਉਹਨੂੰ ਪਤਾ ਸੀਗਾ ਇੱਕ ਮੇਰਾ ਦੋਸਤ ਹੈਗਾ ਨਥਾਨੀਅਲ। ਫਿਲਿਪੁਸ ਨੇ ਪਤਾ ਸੀਗਾ ਇੱਕ ਹੈਗਾ ਮੇਰਾ ਭਾਈ ਆ, ਉਹ ਅਸਲੀ ਚੀਜ਼ ਨੂੰ ਲੱਭ ਰਿਹਾ, ਅਸਲੀ ਚੀਜ਼ ਨੂੰ ਉਹ ਲੱਭ ਰਿਹਾ ਆ। ਉਹਨੂੰ ਪਤਾ ਸੀਗਾ ਨਥਾਨੀਅਲ ਕੋਈ ਚੀਜ਼ ਦੀ ਖੋਜ ਵਿੱਚ ਹੈ। ਉਹਨੇ ਬੜੇ ਪਾਦਰੀਆਂ ਨੂੰ, ਬੜੇ ਫਰੀਸੀਆਂ ਨੂੰ ਦੇਖਿਆ, ਲੇਕਿਨ ਉਹ ਚੀਜ਼ ਜਿਹੜੀ ਉਹ ਭਾਲਦਾ ਸੀ ਉਹ ਲੱਭੀ ਨਹੀਂ ਉਹਦੇ 'ਚ। ਹਾਲੇਲੂਇਆ। ਕਿਉਂ? ਕਿਉਂਕਿ ਉਹਦੇ ਤੇ ਇੱਕ ਸਵਰਗੀ ਮਸਾ ਬਣਿਆ ਹੋਇਆ ਸੀ। ਉਹ ਜਿਹਦੇ ਤੇ ਪਰਮੇਸ਼ਵਰ ਦੀ ਦਇਆ ਆ, ਉਹ ਹਮੇਸ਼ਾ ਉੱਪਰਲੀਆਂ ਚੀਜ਼ਾਂ ਵੱਲ ਚਿੱਤ ਲਾਉਂਦਾ। ਤੁਹਾਨੂੰ ਮੈਂ ਦੱਸਣ ਲੱਗਾ, ਇਹ ਗੱਲ ਨੂੰ ਖਿਆਲ ਰੱਖਿਓ। ਜ਼ਮੀਨ ਦੀਆਂ ਚੀਜ਼ਾਂ ਦੇ ਚਿੱਤ ਨਹੀਂ ਹੁੰਦਾ ਉਹਦਾ ਚਿੱਤ ਹਮੇਸ਼ਾ ਖੁਦਾ ਵੱਲ ਹੁੰਦਾ। ਹਾਲੇਲੂਇਆ। ਉਹਨੂੰ ਪਤਾ ਸੀਗਾ ਵੀ ਨਥਾਨੀਅਲ ਜਿਹੜਾ ਆ ਉਹ ਕੁਛ ਲੱਭ ਰਿਹਾ ਹੈ। ਨਥਾਨੀਅਲ ਨਾਲ ਉਹਨੇ ਮੀਟਿੰਗ ਕੀਤੀ, ਸਭਾ ਕੀਤੀ ਨਥਾਨੀਅਲ ਨਾਲ। ਜਿੱਦਾਂ ਭਾਈ ਜਾਂਦੇ ਆ ਕਿਸੇ ਦੱਸਣ ਜਾਂਦੇ, ਸਾਰੀ ਰਾਤ ਹੁਣ ਫਿਲਿਪੁਸ ਦੇ ਉੱਤੇ ਯਿਸੂ ਮਸੀਹ ਦਾ ਪ੍ਰਭਾਵ ਸੀ। ਕਿੰਨੇ ਲੋਕ ਸਮਝ ਰਹੇ ਆ? ਕਿਉਂਕਿ ਫਿਲਿਪੁਸ ਦੀ ਮੀਟਿੰਗ ਜਿਹੜੀ ਹੈ ਉਹ ਯਿਸੂ ਮਸੀਹ ਨਾਲ ਹੋ ਚੁੱਕੀ ਸੀ। ਹੁਣ ਉਹ ਪੂਰੀ ਤਰ੍ਹਾਂ ਨਾਲ ਮਸੇ ਨਾਲ ਭਰਿਆ ਹੋਇਆ ਸੀਗਾ, ਕਾਇਲ ਸੀਗਾ ਪੂਰਾ। ਉਹਦਾ ਮਸੀਹ ਦਾ ਪ੍ਰਭਾਵ ਉਹਦੇ ਤੇ ਸੀਗਾ। ਹੁਣ ਉਹ ਬੇਚੈਨ ਸੀਗਾ, ਉਹ ਹੁਣ ਲੱਭ ਰਿਹਾ ਸੀਗਾ ਬੀਜ ਕਿੱਥੇ ਆ, ਮੈਂ ਜਾ ਕੇ ਉੱਥੇ ਪਾਣੀ ਦੇਵਾਂ, ਖੁਰਾਕ ਦੇਵਾਂ। ਹਾਲੇਲੂਇਆ। ਉਹਨੇ ਦੇਖਿਆ ਨਥਾਨੀਅਲ ਹੈਗਾ, ਨਥਾਨੀਅਲ ਕੋ ਗਿਆ। ਨਥਾਨੀਅਲ ਨਾਲ ਉਹਦੀ ਮੀਟਿੰਗ ਹੋਈ। ਉਹਨੇ ਕਿਹਾ ਮੈਂ ख्रिस्त ਨੂੰ ਲੱਭ ਲਿਆ। ਉਹ ਕਹਿੰਦਾ ਤੂੰ ਲੱਭ ਲਿਆ? ਉਹਨੇ ਦੱਸਿਆ। ਸਾਰੀ ਰਾਤ ਉਹਨਾਂ ਦੀ ਮੀਟਿੰਗ ਹੋਈ। ਉਹਨੇ ਸਾਰੇ ਕੰਮ ਉਹਨੂੰ ਦੱਸਣੇ ਸ਼ੁਰੂ ਕਰ ਦਿੱਤੇ। ਉਹਨੇ ਆਪਣੀ ਗਵਾਹੀ ਦਿੱਤੀ ਵੀ ਮੈਂ ਪ੍ਰਭੂ ਨਾਲ ਇੱਦਾਂ ਦੇਖਿਆ, ਇੱਦਾਂ ਦੇਖਿਆ। ਜਿਹੜੇ ਮਸੀਹ ਦੇ ਵਿੱਚ ਜਿੰਨੇ ਵੀ ਗੁਣ ਸੀਗੇ ਮੈਂ ਉਹਦੇ ਵਿੱਚ ਦੇਖੇ ਯਿਸੂ 'ਚ। ਹਾਲੇਲੂਇਆ।
ਹੁਣ ਇਹ ਨਹੀਂ ਹੈ ਵੀ ਉਹਨੇ ਕਿਹਾ ਤੇ ਉੱਠ ਕੇ ਤੁਰ ਪਿਆ, ਇਦਾਂ ਨਹੀਂ ਹੈ। ਤੁਸੀਂ ਕਿਸੇ ਨੂੰ ਵਚਨ ਸੁਣਾਇਆ, ਉਹ ਅਗਲਾ ਉੱਠ ਕੇ ਤੁਰ ਪਿਆ, ਇਦਾਂ ਨਹੀਂ ਹੈ। ਸਮਾਂ ਲੱਗਦਾ। ਹਾਲੇਲੂਇਆ। ਸਾਰੀ ਰਾਤ ਉਹਨੇ ਸਭਾ ਕੀਤੀ, ਉਹਨੇ ਪੂਰੀ ਤਰ੍ਹਾਂ, ਕਿਉਂਕਿ ਉਹ ਵੀ ਅੱਧਾ ਬੰਦਾ ਜਿਹੜਾ ਨਥਾਨੀਅਲ ਸੀਗਾ, ਉਹ ਵੀ ਪਰਮੇਸ਼ਰ ਦਾ ਬੰਦਾ ਸੀਗਾ, ਕੋਈ ਲੱਭ ਰਿਹਾ ਸੀਗਾ। ਉਹ ਜਿਹੜੀ ਚੀਜ਼ ਲੱਭਣੀ ਚਾਹੁੰਦਾ ਸੀ, ਉਹ ਜਦੋਂ ਉਹਨੇ ਦੱਸਿਆ, ਸਾਰੀ ਵਾਰਤਾ ਰਾਤ ਭਰ ਹੋ ਗਈ ਦੋਨਾਂ ਦੀ, ਖੁਦਾ ਦੇ ਬਾਰੇ, ਯਿਸੂ ਮਸੀਹ ਬਾਰੇ ਉਹਨੇ ਸਾਰਾ ਕੁਝ ਦੱਸਿਆ। ਜੋ ਬਾਈਬਲ ਸੀਗਾ ਲਿਖਤਾਂ ਪੜ੍ਹਾਤੀਆਂ, ਸਭ ਕੁਝ ਪੜ੍ਹਾਤਾ। ਦੇਖ ਜੇ ਸ਼ਾਇਦ ਨਵੀਂ ਨਇਆ ਗਿਆ ਸੀਗਾ, ਜਬ ਤਮਾਮ ਤਰ੍ਹਾਂ ਦੀਆਂ ਗੱਲਾਂ ਉਹਦੇ ਦਿਮਾਗ 'ਚ ਪੈ ਗਈਆਂ, ਆ ਗਈਆਂ। ਤੇ ਫਿਰ ਉਹਨੇ ਕਿਹਾ, ਜਦੋਂ ਗੱਲਬਾਤ ਚੱਲਦੀ ਰਹੀ, ਸੰਦੇਹ ਬਾਦ ਨੇ ਸਮਝਾਇਆ, ਉਹ ਇੱਕ ਵਾਤਾਵਰਨ ਦੇ ਵਿੱਚ ਆ ਗਿਆ, ਉਸ ਪ੍ਰਭਾਵ ਦੇ ਥੱਲੇ ਫੜਿਆ ਗਿਆ ਨਥਾਨੀਅਲ। ਉਹਨੇ ਕਿਹਾ ਜੋ ਤੂੰ ਮੂਸਾ ਤਰੇਤ ਵਿੱਚ ਕਿਹਾ ਸੀ ਉਹ ਲੱਭ ਪਿਆ ਹੈ, ਉਹ ਯੂਸਫ ਦਾ ਪੁੱਤਰ ਯਿਸੂ ਨਾਸਰੀ। ਤੇ ਨਥਾਨੀਅਲ ਨੇ ਉਹਨੂੰ ਕਿਹਾ, ਨਾਸਰਤ ਵਿੱਚੋਂ ਕੋਈ ਚੰਗੀ ਚੀਜ਼ ਲੱਭ ਸਕਦੀ ਹੈ ਨਿਕਲੀ। ਫਿਰ ਉਹਨੇ ਸਾਰੀ ਵਾਰਤਾ ਉਹਨੂੰ ਸਮਝਾਈ, ਇੱਦਾਂ ਆ ਹੈ ਨਾ, ਉਹ ਯੂਸਫ ਦਾ ਪੁੱਤਰ ਨਹੀਂ ਹੈ, ਉਹ ਪਰਮੇਸ਼ਰ ਦਾ ਪੁੱਤਰ ਹੈ। ਜਦੋਂ ਉਹਨੂੰ ਗੱਲ ਕਹੀ, ਉਹਦੇ ਜਿਹੜਾ ਆਤਮਿਕ ਅੱਖਾਂ ਉਹਦੀਆਂ ਖੁੱਲ੍ਹ ਗਈਆਂ, ਉਹਦੇ ਜਿਹੜੇ ਸਿਸਟਮ ਖੁੱਲ੍ਹ ਗਿਆ। ਉਹ ਯਿਸੂ ਮਸੀਹ ਦੇ ਕੋਲ ਗਿਆ। ਕੋਈ ਚੀਜ਼ ਸੀਗੀ, ਕੋਈ ਪ੍ਰਭਾਵ ਸੀਗਾ ਜਿਹੜਾ ਉਹਨੂੰ ਉਸ ਪਰਮੇਸ਼ਰ ਤੱਕ ਲੈ ਕੇ ਜਾ ਰਿਹਾ ਸੀ। ਪਹਿਲਾਂ ਵੀ ਨਥਾਨੀਅਲ ਉੱਥੇ ਸੀਗਾ, ਸਭ ਕੁਝ ਸੀਗਾ, ਲੇਕਿਨ ਖੁਦਾ ਸਮੇਂ ਸਿਰੇ ਕੰਮ ਕਰਦਾ ਆ। ਉਹ ਗੱਲਾਂ ਦਾ ਪ੍ਰਭਾਵ ਰੱਖਿਆ, ਪਰਮੇਸ਼ਰ ਦੇ ਉਹਦਾ ਗੱਲਾਂ ਦਾ ਪ੍ਰਭਾਵ ਰੱਖਿਆ, ਲੇਕਿਨ ਉਹ ਸਰੀਰਕ ਗੱਲ ਨਹੀਂ ਗਈ, ਉਹਨੇ ਵਚਨ ਦੀ ਗੱਲ ਦਾ ਪ੍ਰਭਾਵ ਰੱਖਿਆ। ਹਾਲੇਲੂਇਆ। ਅੱਜ ਲੋਕਾਂ ਕੋਲ ਵਚਨ ਦਾ ਪ੍ਰਭਾਵ ਨਹੀਂ ਹੈ, ਸਰੀਰ ਦੀਆਂ ਗੱਲਾਂ ਦਾ ਪ੍ਰਭਾਵ ਹੈ। ਹਾਲੇਲੂਇਆ। ਲੇਕਿਨ ਪਰਮੇਸ਼ਰ ਦਾ ਜਿਹੜਾ ਵਚਨ ਹੈ, ਉਹਦਾ ਪ੍ਰਭਾਵ ਹੋਏਗਾ ਤੇ ਕੋਈ ਵੀ ਜਿਹੜਾ ਉਹਦਾ ਪਿਆਸਾ ਆ, ਉਹ ਖਿੱਚਿਆ ਚਲਾ ਆਏਗਾ। ਨਥਾਨੀਅਲ ਇਸੇ ਤਰ੍ਹਾਂ ਹੀ ਸੀਗਾ, ਜਦੋਂ ਉੱਤੇ ਸਾਰੀ ਰਾਤ ਉਹ ਵਾਤਾਵਰਨ ਬਣਾਇਆ, ਉਹਦਾ ਪ੍ਰਭਾਵ ਬਣ ਗਿਆ। ਹਾਲੇਲੂਇਆ। ਜਦੋਂ ਪਹਿਲਾਂ ਸੁਣੋ, ਪਹਿਲਾਂ ਵੀ ਫਿਲਿਪਸ ਸੀਗਾ, ਲੇਕਿਨ ਕੋਈ ਸਮਾਂ ਆਇਆ, ਹੌਲੀ ਸਪਿਰਿਟ ਦਾ ਪ੍ਰਭਾਵ ਫਿਲਿਪਸ ਤੇ ਪਿਆ। ਹਾਲੇਲੂਇਆ। ਜਦੋਂ ਫਿਲਿਪਸ ਤੇ ਪਿਆ, ਫਿਲਿਪਸ ਦਾ ਪ੍ਰਭਾਵ ਜਿਹੜਾ ਉੱਥੇ ਪ੍ਰਭਾਵ ਸੀਗਾ, ਜਿਹੜੀ ਉਹਦੀ ਪਾਵਰ ਉਹ ਨਥਾਨੀਅਲ ਤੇ ਆਈ। ਨਥਾਨੀਅਲ ਉੱਠਿਆ, ਨਾਲ ਹੀ ਚੱਲ ਪਿਆ। ਹਾਲੇਲੂਇਆ। ਆਓ ਥੋੜਾ ਜਿਹਾ ਪੜ੍ਹਦੇ ਅੱਗੇ। 48 48 47। ਯਿਸੂ ਨੇ ਨਥਾਨੀਅਲ ਨੂੰ ਆਪਣੇ ਵੱਲ ਆਉਂਦਾ, ਹਾਂਜੀ, ਯਿਸੂ ਨੇ ਨਥਾਨੀਅਲ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਉਹਦੇ ਵਿਖੇ ਆਖਿਆ, ਵੇਖੋ ਸੱਚਾ ਇਸਰਾਏਲੀ ਜਿਹਦੇ ਵਿੱਚ ਛਲ ਨਹੀਂ ਹੈ। ਦੇਖੋ ਸੱਚਾ ਇਸਰਾਏਲੀ ਜਿਹਦੇ ਵਿੱਚ ਛਲ ਨਹੀਂ। ਤੁਸੀਂ ਬਾਈਬਲ ਦੇਖੀ ਕੀ ਕਹਿ ਰਹੀ ਹੈ? ਹਜੇ ਮੁਲਾਕਾਤ ਨਹੀਂ ਹੋਈ, ਹਜੇ ਦੂਰ ਹੀ ਹੈ ਪ੍ਰਭੂ ਤੋਂ। ਆਂਦਾ ਦੇਖ ਰਿਹਾ ਆ, ਕਹਿੰਦਾ ਸੱਚਾ ਇਸਰਾਏਲੀ। ਕਿਉਂ ਸੱਚਾ ਕਿਹਾ ਪ੍ਰਭੂ ਨੇ? ਕਿਉਂਕਿ ਇਹ ਸੱਚਾਈ ਦੀ ਭਾਲ ਕਰ ਰਿਹਾ ਸੀਗਾ। ਹਾਲੇਲੂਇਆ। ਸੱਚਾ ਇਸਰਾਏਲੀ ਜਿਹਦੇ ਵਿੱਚ ਕੋਈ ਵੀ ਛਲ ਨਹੀਂ ਹੈ। ਹਾਲੇਲੂਇਆ। ਸੱਚਾ ਇਸਰਾਏਲੀ ਕਹਿੰਦਾ, ਦੇਖੋ। ਹਾਲੇਲੂਇਆ। ਹਾਂਜੀ, ਅੱਗੇ ਪੜੋ। ਨਥਾਨੀਅਲ ਨੇ ਉਸ ਨੂੰ ਆਖਿਆ, ਤੁਸੀਂ ਮੈਨੂੰ ਕਿੱਥੋਂ ਜਾਣਦੇ ਹੋ? ਤੁਸੀਂ ਪ੍ਰਭੂ ਨੇ ਕਿਹਾ, ਉਹਨੇ ਕਿਹਾ, ਤੁਸੀਂ ਮੈਨੂੰ ਕਿੱਥੇ ਜਾਣਦੇ ਹੋ? ਕਿਹਨੂੰ ਕਹਿ ਰਿਹਾ? ਉਹ ਜਾਣੀ ਜਾਣ ਦੋ। ਖਿਆਲ ਕੀਤਾ ਕਦੀ? ਖੁਦਾ ਦਾ ਨਾਮ ਮੁਬਾਰਕ ਹੋਵੇ। ਭਾਂਡਾ ਘੁਮਿਆਰ ਨੂੰ ਕਹਿ ਰਿਹਾ, ਤੂੰ ਮੈਨੂੰ ਜਾਣਦਾ? ਉਹ ਕਹਿੰਦਾ, ਮੈਂ ਹੀ ਤੈਨੂੰ ਬਣਾਇਆ ਹੈ, ਚਿੰਤਾ ਨਹੀਂ। ਹਾਲੇਲੂਇਆ। ਬਸ ਸਮਾਂ ਆ ਗਿਆ, ਤੂੰ ਵੇਖੋ ਆ ਗਿਆ। ਹਾਲੇਲੂਇਆ। ਖੁਦਾ ਦਾ ਨਾਮ ਮੁਬਾਰਕ ਹੋਵੇ। ਲੇਕਿਨ ਅਜੇ ਉਹ ਵਿਚਾਰਾ ਉੱਥੇ ਹੀ ਸੀਗਾ, ਸਰੀਰ 'ਚ ਸੀ। ਉਹਨੇ ਆਪਣੇ ਵੱਲੋਂ ਸਹੀ ਗੱਲ ਕਹੀ, ਕਹਿੰਦਾ ਤੁਸੀਂ ਮੈਨੂੰ ਕਿੱਦਾਂ ਜਾਣਦੇ ਹੋ? ਹਲੇ ਅੱਗੇ ਪੜੋ। ਹਾਂ। ਯਿਸੂ ਨੇ ਉਹਨੂੰ ਉੱਤਰ ਦਿੱਤਾ, ਭਈ ਉਸ ਤੋਂ ਪਹਿਲਾਂ ਜੋ ਫਿਲਿਪਸ ਨੂੰ ਤੈਨੂੰ ਸੱਦਿਆ,
ਜਾਂ ਤੂੰ ਜੀਵ ਦੇ ਬ੍ਰਿਕਸ਼ ਹੇਠ ਸੈਂ ਮੈਂ ਤੈਨੂੰ ਵੇਖਾ। ਤੂੰ ਹਜੀਰ ਦੇ ਬ੍ਰਿਕਸ਼ ਥੱਲੇ ਸੀਗਾ, ਮੈਂ ਤੈਨੂੰ ਦੇਖਿਆ। ਹਾਲੇਲੂਇਆ। ਕਈ ਮੀਲ ਦੂਰ ਸੀਗਾ ਉਹ, ਹਜੀਰ ਦੇ ਦਰਖਤ ਥੱਲੇ। ਖੁਦਾ ਨੇ ਦ੍ਰਿਸ਼ਟੀ ਨਾਲ ਦੇਖ ਲਿਆ ਸੀ ਉਹ ਵੀ ਤੂੰ ਉੱਥੇ ਖੜਾ ਸੀ, ਮੈਂ ਤੈਨੂੰ ਉਦੋਂ ਹੀ ਦੇਖ ਲਿਆ ਸੀਗਾ। ਉਹ ਹੈਰਾਨ ਹੋ ਗਿਆ, ਉਹ ਹਜੀਰ ਦਾ ਬ੍ਰਿਕਸ਼ ਕਿੱਥੇ ਆ? ਪ੍ਰਭੂ ਕਹਿੰਦਾ ਤੂੰ ਹਜੀਰ ਦੇ ਬ੍ਰਿਕਸ਼ ਥੱਲੇ ਖੜਾ, ਪੂਰਾ ਚਿੰਨ ਦਿੱਤਾ। ਹਾਲੇਲੂਇਆ। ਜਦੋਂ ਪੂਰਾ ਚਿੰਨ ਦਿੱਤਾ, ਉਹਨੂੰ ਪਤਾ ਸੀਗਾ ਨਬੀ ਤੋਂ ਬਿਨਾ, ਉਹ ਮਸੀਹ ਤੋਂ ਬਿਨਾ ਕਿਸੇ ਕੋ ਚਿੰਨ ਨਹੀਂ ਆ। ਹਾਲੇਲੂਇਆ। ਬਾਈਬਲ ਦੀ ਇੱਕ ਗੱਲ ਭੇਤ ਹੈਗਾ ਆ, ਉਹ ਹਜੀਰ ਦਾ ਬ੍ਰਿਕਸ਼ ਕਿੱਥੇ? ਯਿਸੂ ਜੀ ਪਹਾੜ ਦੇ ਥੱਲੇ ਖੜਾ ਆ। ਹਾਲੇਲੂਇਆ। ਖੁਦਾ ਦਾ ਨਾਮ ਮੁਬਾਰਕ ਹੋਵੇ। ਹਾਂਜੀ ਅੱਗੇ ਪੜੋ। ਨਥਾਨੀਆ ਨੇ ਉਸ ਨੂੰ ਉੱਤਰ ਦਿੱਤਾ, ਸਵਾਮੀ ਜੀ ਤੁਸੀਂ ਪਰਮੇਸ਼ਰ ਦੇ ਪੁੱਤਰ ਹੋ, ਤੁਸੀਂ ਇਸਰਾਏਲ ਦੇ ਬਾਦਸ਼ਾਹ ਹੋ। ਯਿਸੂ ਨੇ ਉਹਨੂੰ ਉੱਤਰ ਦਿੱਤਾ ਕਿ ਤੂੰ ਇਸ ਲਈ ਨਿੰਦਾ ਕਰਦਾ ਹੈ ਜੋ ਮੈਂ ਤੈਨੂੰ ਕਿਹਾ ਕਿ ਹਜੀਰ ਦੇ ਬ੍ਰਿਕਸ਼ ਹੇਠ ਮੈਂ ਤੈਨੂੰ ਵੇਖਿਆ। ਤੂੰ ਇਹਨਾਂ ਨਾਲੋਂ ਵੱਡੀਆਂ ਕਹਿੰਦਾ ਇਹ ਤਾਂ ਛੋਟੀ ਜੀ ਗੱਲ ਆ, ਹੁਣ ਇਹ ਤੋਂ ਵੀ ਤੂੰ ਵੱਡੀਆਂ ਗੱਲਾਂ ਵੇਖੇਗਾ। ਕਹਿੰਦਾ ਤੂੰ ਇਸ ਕਰਕੇ ਵਿਸ਼ਵਾਸ ਕੀਤਾ ਵੀ ਮੈਂ ਤੈਨੂੰ ਦੱਸ ਦਿੱਤਾ ਵੀ ਤੂੰ ਉੱਥੇ ਖੜਾ ਸੀਗਾ, ਪਰ ਕਹਿੰਦਾ ਖੁਦਾ ਨੇ ਕਿਹਾ ਤੂੰ ਇਹ ਤੋਂ ਵੀ ਵੱਡੀਆਂ ਗੱਲਾਂ ਦੇਖੇਗਾ। ਹਾਲੇਲੂਇਆ। ਖੁਦਾ ਦਾ ਨਾਮ ਮੁਬਾਰਕ ਹੋਵੇ। ਖੜੇ ਹੋ ਜਾਵਾਂਗੇ ਸਾਰੇ, ਪ੍ਰਭੂ ਦਾ ਧੰਨਵਾਦ ਹੋਵੇ। ਆਮੇਨ। ਹਾਲੇਲੂਇਆ। ਹਾਲੇਲੂਇਆ। ਧੰਨਵਾਦ ਪ੍ਰਭੂ ਯਿਸੂ ਮਸੀਹ। ਹਾਲੇਲੂਇਆ। ਖੁਦਾਵੰਦ ਦਾ ਸ਼ੁਕਰ ਹੈ ਪ੍ਰਭੂ, ਧੰਨਵਾਦ ਕਰਦੇ ਹਾਂ। ਜਿੰਨੇ ਵੀ ਬਿਮਾਰ ਆਏ ਹਨ ਸਭ ਆਪਣੇ ਆਪਣੇ ਹੱਥ, ਜਿਨ੍ਹਾਂ ਦੇ ਪੱਥਰੀਆਂ ਹਨ ਸਭ ਆਪਣੇ ਆਪਣੇ ਹੱਥ ਉੱਤੇ ਸਥਾਨ ਦੇ ਉੱਤੇ ਰੱਖ ਲਾਵਾਂਗੇ। ਖੁਦਾਵੰਦ ਜਿਨ੍ਹਾਂ ਦੇ ਰਸੋਲੀਆਂ ਹਨ, ਜਿੱਥੇ ਵੀ ਕੋਈ ਸਮੱਸਿਆ ਹੈ ਕਿਸੇ ਦੀ, ਸਭ ਪ੍ਰਭੂ ਜੀ ਆਪਣੇ ਆਪਣੇ ਹੱਥਾਂ ਨੂੰ ਉੱਥੇ ਰੱਖ ਲਵਾਂਗੇ। ਸੱਚੇ ਪਿਤਾ ਪ੍ਰਭੂ ਯਿਸੂ ਮਸੀਹ, ਧੰਨਵਾਦ ਕਰਦੇ ਹਾਂ ਖੁਦਾਵੰਦ, ਤੇਰੀ ਹਜ਼ੂਰੀ ਦੇ ਵਿੱਚ ਤੇਰੇ ਲੋਕ ਆਏ ਹਨ ਪ੍ਰਭੂ। ਤੂੰ ਆਪਣੇ ਲੋਕਾਂ ਦੇ ਉੱਤੇ ਰਹਿਮ ਕਰਨਾ ਪ੍ਰਭੂ। ਖੁਦਾ ਵੀ ਯਿਸੂ ਦੇ ਨਾਮ 'ਚ ਸਭ ਦੇ ਜਿਸਮਾਂ ਦੇ ਵਿੱਚੋਂ ਸਭ ਤਰੁੱਟੀਆਂ ਖਤਮ ਹੋ ਜਾਣ। ਖੁਦਾ ਵੀ ਯਿਸੂ ਮਸੀਹ ਦੇ ਨਾਮ 'ਚ ਹਰ ਇੱਕ ਮਾਂਦਗੀ ਦਾ ਆਤਮਾ ਸਭ ਦੇ ਸਰੀਰਾਂ 'ਚੋਂ ਖਤਮ ਹੋ ਜਾਵੇ। ਖੁਦਾਵੰਦ ਤੂੰ ਇੱਕ ਇੱਕ ਤੇ ਰਹਿਮ ਕਰ, ਇੱਕ ਇੱਕ ਦੇ ਕਿਰਪਾ ਨਾਲ ਹੱਥ ਰੱਖ। ਸਭ ਪੱਥਰੀਆਂ ਖੁਦਾ ਵੀ ਯਿਸੂ ਦੇ ਨਾਮ 'ਚ ਖਤਮ ਹੋ ਜਾਣ। ਹਰ ਤਰ੍ਹਾਂ ਦੀਆਂ ਰਸੋਲੀਆਂ ਯਿਸੂ ਦੇ ਨਾਮ ਸਭ ਖਤਮ ਹੋ ਜਾਣ। ਸਭ ਦੇ ਕੰਮ ਕਾਜ ਯਿਸੂ ਮਸੀਹ ਤੇਰੇ ਨਾਮ 'ਚ ਖੁੱਲ ਜਾਣ। ਸਭ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ। ਜ਼ਮੀਨ ਤੇ ਅਸਮਾਨ ਦੇ ਮਾਲਕ ਤੂੰ ਜਿਉਂਦਾ ਹੈ ਪ੍ਰਭੂ। ਤੇਰਾ ਪ੍ਰਭੂ ਡੇਰਾ ਸਭ ਦੇ ਉੱਤੇ ਲੱਗ ਜਾਵੇ। ਤੇਰੀ ਨਿਗਾਹ ਸਭ ਦੇ ਉੱਤੇ ਹੋਵੇ। ਤੇਰੀ ਕਿਰਪਾ ਹੱਥ ਸਭ ਦੇ ਉੱਤੇ ਹੋਵੇ। ਸਭ ਦੇ ਉੱਤੇ ਤੂੰ ਰਹਿਮ ਕਰ। ਹਰ ਇੱਕ ਦੀਆਂ ਦਰਦਾਂ, ਹਰ ਇੱਕ ਦੇ ਚਮੜੀ ਰੋਗ ਯਿਸੂ ਮਸੀਹ ਦੇ ਨਾਮ ਸਭ ਖਤਮ ਹੋ ਜਾਣ। ਸਭ ਦੇ ਉੱਤੇ ਤੇਰਾ ਅਨੁਗ੍ਰਹ ਹੋਵੇ। ਤੇਰਾ ਵੱਡਾ ਰਹਿਮ ਇੱਕ ਇੱਕ ਤੇ ਹੋਵੇ ਪ੍ਰਭੂ। ਤੇਰੀ ਕਿਰਪਾ ਹੱਥ ਹੋਵੇ ਖੁਦਾਵੰਦ। ਤੇਰੇ ਨਾਮ ਦਾ ਝੰਡਾ ਉੱਚਾ ਹੋਵੇ ਖੁਦਾਵੰਦ। ਤੂੰ ਆਪਣੇ ਰਹਿਮ ਕਰ ਆਪਣੇ ਲੋਕਾਂ ਤੇ, ਆਪਣੀ ਦਇਆ ਨਾਲ ਹੱਥ ਰੱਖ ਖੁਦਾਵੰਦ। ਇੱਕ ਇੱਕ ਨੂੰ ਆਪਣੇ ਪ੍ਰਭੂ ਅਨੁਗ੍ਰਹਿ ਥੱਲੇ ਲੈ। ਅੱਜ ਤੇਰੇ ਘਰ 'ਚੋਂ ਕੋਈ ਖਾਲੀ ਨਾ ਜਾਵੇ ਖੁਦਾ ਯਿਸੂ ਦੇ ਨਾਮ 'ਚ। ਸਭ ਦੀਆਂ ਮਾਨਗੀਆਂ ਨੂੰ ਛੁਟਕਾਰਾ ਦੇ ਦੇ। ਹਰ ਇੱਕ ਮਾਨਗੀ ਖੁਦਾ ਯਿਸੂ ਦੇ ਨਾਮ ਖਤਮ ਹੋ ਜਾਵੇ। ਕਿਰਪਾ ਕਰ ਪ੍ਰਭੂ, ਤੇਰੀ ਵਡਿਆਈ ਹੋਵੇ। ਤੇਰਾ ਨਾਮ ਦਾ ਝੰਡਾ ਉੱਚਾ ਹੋਵੇ। ਇੱਕ ਇੱਕ ਨੂੰ ਸਪਰਸ਼ ਕਰ ਖੁਦਾਵੰਦ। ਸਾਰੀਆਂ ਦਰਦਾਂ ਖੁਦਾਵੰਦ ਯਿਸੂ ਦੇ ਨਾਮ ਖਤਮ ਹੋ ਜਾਣ। ਇੱਕ ਇੱਕ ਦੀਆਂ ਮਾਨਗੀਆਂ ਖਤਮ ਹੋ ਜਾਣ। ਇੱਕ ਇੱਕ ਦੀ ਤਰੁੱਟੀ ਸਭ ਯਿਸੂ ਦੇ ਨਾਮ ਖਤਮ ਹੋਵੇ। ਧੰਨਵਾਦ ਪ੍ਰਭੂ, ਤੂੰ ਸਭ ਨੂੰ ਬਰਕਤ ਦੇ। ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਆਸ਼ੀਸ਼ ਨਾ ਭਰ ਦੇ। ਸਭ ਨੂੰ ਬਰਕਤ ਦੇ ਖੁਦਾਵੰਦ। ਸਭ ਦੇ ਪ੍ਰਭੂ ਸਭ ਤਰੁੱਟੀਆਂ ਨੂੰ ਖਤਮ ਕਰ ਦੇ। ਇੱਕ ਇੱਕ ਦੀ ਮਾਨਗੀ ਨੂੰ ਖਤਮ ਕਰ ਦੇ ਖੁਦਾਵੰਦ ਯਿਸੂ ਦੇ ਨਾਮ 'ਚ। ਹਰ ਇੱਕ ਮਾਨਗੀ ਖਤਮ ਹੋ ਜਾਏ। ਹਰ ਇੱਕ ਵੈਰੀ ਦੇ ਬੰਧਨ ਯਿਸੂ ਦੇ ਨਾਮ 'ਚ ਟੁੱਟ ਜਾਣ। ਪ੍ਰਭੂ ਤੂੰ ਕਿਰਪਾ ਕਰ, ਆਪਣੇ ਲੋਕਾਂ ਨੂੰ ਬਰਕਤ ਦੇ। ਖੁਦਾਵੰਦ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਹਾਲੇ